अमन जी गलबात जारी रहेगी और साढ़े दो खास मेहमान सारा जुड़े ने, जरा उन्होंने स्वागत कर लेना है। रियल एस्टेट का कोई सवाल? पीके सबरवाल साहब। पीके जी बहुत बहुत स्वागत है रेडियो वाई FM 91.9। थैंक यू वेरी मच सर एंड गुड आफ्टरनून टू ऑल आवर लिसनर्स। गुड आफ्टरनून जी। पंकज जी ਤੁਹਾਡਾ भी रेडियो वाई FM 91.9 ਤੇ ਬਹੁਤ ਬਹੁਤ ਸਵਾਗਤ ਹੈ। ਵੈਲਕਮ ਬੈਕ ਪੰਕਜ ਜੀ। ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਤੇ ਮੇਰੀ ਤਰਫੋਂ ਸਭ ਨੂੰ ਗੁੱਡ ਆਫਟਰਨੂਨ। ਸਰ ਅਪਸੈਟ ਇਸ ਵਾਸਤੇ ਹੋ ਰਹੇ ਨੇ, ਉੱਥੇ ਗਰਮੀ ਬਹੁਤ ਜ਼ਿਆਦਾ ਹੈ। ਇਹ ਸਹੀ ਹੈ ਤੁਹਾਡੀ ਗੱਲ। ਵੈਸੇ ਮਿਡਲ ਈਸਟ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਕਿਸੇ ਮਿਡਲ ਈਸਟਰਨ ਕੰਟਰੀ 'ਚ ਹੋ ਰਿਹਾ, ਸੋ ਗਰਮੀ ਇਹਦਾ ਵੈਦਰ ਦਾ ਵੀ ਅਸਰ ਪੈ ਰਿਹਾ। ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ। ਅਕਸਰ ਜਿਹੜੇ ਯੂਰਪੀਅਨ ਪਲੇਅਰਸ ਨੇ ਉਹ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਖੇਲਣ ਦੇ ਜਿਹੜੇ ਉਹ ਆਦੀ ਨਹੀਂ ਹੈਗੇ। ਯੈਸ ਜੀ। ਔਰ ਕਰਮਵੀਰ ਸ਼ੇਰਗਿਲ ਸਾਹਿਬ ਤੁਹਾਡੀ ਕਾਲ ਅਗਲੀ ਹੈ। ਕਰਮਵੀਰ ਸ਼ੇਰਗਿਲ ਸਾਹਿਬ ਤੁਹਾਡੀ ਗੱਲ ਜ਼ਰੂਰ ਅਸੀਂ ਔਨ ਦੀ ਏਅਰ ਕਰ। ਉਸ ਤੋਂ ਪਹਿਲਾਂ ਪੀਕੇ ਜੀ ਤੁਸੀਂ ਆਪਣੀ ਗੱਲ ਕੁਝ ਕਰ ਰਹੇ ਸੀ, ਪਹਿਲਾਂ ਮੁਕੰਮਲ ਕਰ ਲਓ। ਪੀਕੇ ਜੀ ਪਹਿਲਾਂ ਗੱਲ ਤੁਸੀਂ ਫਿਨਿਸ਼ ਕਰ। ਅੱਛਾ, ਉਹ ਗੱਲ ਹੋ ਰਹੀ ਸੀ ਮੇਰੇ ਖਿਆਲ ਇੰਟਰਸਟ ਕਾਸਟ ਕਿੰਨਾ ਵੱਧ ਗਿਆ ਕਿੰਨੇ ਲੋਕਾਂ ਦਾ, ਉਹ ਸ਼ਾਇਦ ਮੈਂ ਉਹ ਗੱਲ ਕਰ ਰਿਹਾ ਸੀਗਾ। ਤੇ ਉਹ ਕੁਝ ਨੰਬਰਸ ਮੈਂ ਨੋਟ ਡਾਊਨ ਕੀਤੇ ਸੀਗੇ। ਉਦੋਂ ਦਾ ਮੈਂ ਦੱਸ ਰਿਹਾ ਸੀਗਾ, ਕੈਲਕੂਲੇਸ਼ਨ ਕੀਤੀਆਂ ਸੀਗੀਆਂ। ਇੱਕ ਫਿਗਰ ਚੁੱਕ ਲੈਂਦੇ ਹਾਂ, ਜਿਸ ਤਰ੍ਹਾਂ ਨਵੰਬਰ ਤਾਂ ਅਜੇ ਲਾਜ ਦੇ ਹੈਗਾ, ਲੇਕਿਨ ਅਕਤੂਬਰ 2021 ਔਰ ਅਕਤੂਬਰ 2022 दोनों ਨੂੰ अगर कंपेयर करिए, जो पहले साहब ने जो थोड़ा जा नाराज हुए थे कि तुसी भी ओंटारियो ने दिता कि भी जिन्हें $6 लाख मॉर्गेज लीती सी 5 ईयर फिक्स्ड दे उत्ते, उस वक्त लगभग 2.09 25 ईयर अमोर्टाइजेशन उत्ते मिल रहा सीगा। और पहले साल की कॉस्ट जी सीगी वो $12,310 सी इंटरस्ट की कॉस्ट। इंटरस्ट आई एम टॉकिंग अबाउट 5 ईयर फिक्स्ड मॉर्गेज की गल कर रहे हैं। और जिस बंदे ने पूरे साल बाद अक्तूबर 2022 च लिता $6 लाख, उन्होंने 5 ईयर फिक्स्ड 5.24 ਜਿਹੜਾ ਮੈਜੋਰਟੀ ਆਫ ਦੇ ਲੋਕਾਂ ਨੂੰ ਮਿਲਿਆ 5.24 ਦੇ ਉੱਤੇ ਮਿਲਿਆ। ਉਹਦੀ ਇੰਟਰਸਟ ਕਾਸਟ ਜਿਹੜੀ ਹੈ $30,819 ਹੋ ਗਈ ਪਹਿਲੇ ਸਾਲ ਦੀ। ਪਿਛਲੇ ਸਾਲ ਜਿਹਨੇ ਲਿੱਤਾ ਸੀ ਉਹ ਕਿੰਨੇ ਇੰਟਰਸਟ ਦੇ ਰਿਹਾ ਜੀ? 12,300 ਕੁਛ। ਔਰ ਇਸ ਸਾਲ ਜਿਹੜਾ ਲੈ ਰਿਹਾ 6 ਲੱਖ, ਉਹਨੂੰ ਦੇਣਾ ਪੈ ਰਿਹਾ ਇੰਟਰਸਟ 30,000 ਸਮਥਿੰਗ ਕੁਛ। 250% ਖਰਚਾ ਵਧ ਗਿਆ ਸਿਰਫ ਇੰਟਰਸਟ ਦਾ। ਇੱਕ ਸਾਲ ਲੇਟ ਮੌਰਗੇਜ ਲੈਣਾ। ਆਮ ਟਾਕਿੰਗ ਅਬਾਊਟ ਓਨਲੀ ਫਿਕਸਡ ਕਿਤੇ ਗਲਤੀ ਨਾਲ ਉਹ ਕਈ ਵਾਰ ਕੀ ਹੁੰਦਾ ਹੈ ਯੁਧਵੀਰ ਜੀ, ਕਈ ਵਾਰ ਲੋਕੀ ਉਹ ਸਾਡੇ ਕੋਲੋਂ ਸੁਣਨਾ ਚਾਹੁੰਦੇ ਨੇ ਜਿਹੜਾ ਉਹ ਸੁਣਨਾ ਚਾਹੁੰਦੇ ਨੇ। ਉਹ ਇਹ ਚਾਹੁੰਦੇ ਨੇ ਕਿ ਮੈਂ ਉਹ ਬੋਲਾਂ ਜਿਹੜਾ ਉਹ ਸੁਣਨਾ ਚਾਹੁੰਦੇ ਨੇ, ਉਹ ਹੋ ਨਹੀਂ ਸਕਦਾ। ਜਿਸ ਤਰ੍ਹਾਂ ਅਸੀਂ ਕਈ ਵਾਰ ਕਹਿੰਦੇ ਕਿ ਜੋ ਡਾਟਾ ਸਾਡੇ ਸਾਹਮਣੇ ਨੇ ਉਹ ਦੇ ਰਹੇ ਆ। ਤੇ ਇਹ ਸਾਲ 5 ਈਅਰ ਫਿਕਸ ਦਾ ਹੈਗਾ। ਯੈਸ, ਵੇਰੀਏਬਲ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵੇਰੀਏਬਲ ਵਾਲਾ ਜਿਹੜਾ ਮਾਈਨਸ ਹੈਗਾ ਵੇਰੀਐਂਸ ਹੈਗਾ ਉਹ ਵੇਰੀਐਂਸ ਲਾਗੂ ਹੋ ਰਿਹਾ। ਹਾਂ, ਪਹਿਲੇ ਵੇਰੀਐਂਸ ਥੋੜਾ ਜ਼ਿਆਦਾ ਸੀਗਾ, ਹੁਣ ਵੇਰੀਐਂਸ ਥੋੜਾ ਘੱਟ ਗਿਆ। ਥੋੜਾ ਜਿਹਾ ਫਰਕ ਉਹਨਾਂ ਨੂੰ ਵੀ ਥੋੜਾ ਜਿਹਾ ਮਹਿੰਗਾ ਉਹਨੂੰ ਪੈਣਾ ਸ਼ੁਰੂ ਹੋ ਗਿਆ। ਇੱਕ ਇਹ ਬੜਾ ਵੱਡਾ ਇੱਕ ਰੀਜ਼ਨ ਹੈਗਾ ਜਿਹੜਾ ਪੋਟੈਂਸ਼ੀਅਲ ਹੋਮ ਬਾਇਰਸ ਨੇ 2022 ਦੇ ਅੰਦਰ ਉਹ ਥੋੜਾ ਪਿੱਛੇ ਹਟ ਗਏ ਨੇ। ਲੇਕਿਨ ਜਿਸ ਵਕਤ ਹੁਣ ਪਿਛਲੇ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਇਹ ਫਿਰ ਸਾਹਮਣੇ ਆਏ ਨੇ ਖਰੀਦਣ ਵਾਸਤੇ। ਈਵਨ ਕੱਲ ਸਾਡੇ ਇੱਥੇ ਮਲਟੀਪਲ ਆਫਰ 11 ਆਫਰ ਆਈਆਂ ਹੋਈਆਂ ਸੀਗੀਆਂ। ਘਰ ਵਿਕਿਆਗਾ ਮਲਟੀਪਲ ਆਫਰ ਦੇ ਉੱਤੇ ਇਫ ਦਾ ਪ੍ਰਾਈਸ ਇਜ਼ ਰਾਈਟ। ਮੈਂ ਗੱਲ ਕਰ ਰਿਹਾ ਸੀਗਾ ਜੀ। ਠੀਕ ਹੈ ਜੀ। ਨੈਕਸਟ ਕਾਲ ਵੱਲ ਵਧਾਂਗੇ ਜੀ। ਕਰਮਵੀਰ ਸ਼ੇਰਗਿਲ ਸਾਹਿਬ ਤੁਹਾਡੀ ਲਾਈਨ ਜਾਂ ਡਿਸਕਨੈਕਟ ਹੋ ਗਈ ਹੈ ਜਾਂ ਤੁਸੀਂ ਮਿਊਟ ਤੇ ਹੋ, ਤਾਂ ਤੁਸੀਂ ਦੁਬਾਰਾ ਕਰਮਵੀਰ ਸ਼ੇਰਗਿਲ ਸਾਹਿਬ ਕਾਲ ਕਰ ਲੈਣਾ, ਦੁਬਾਰਾ ਕਰ ਲੈਣਾ। ਗੁਰਸ਼ਰਨ ਜੀ ਤੁਸੀਂ ਆਉਂਦੇ ਹੋ। ਗੁਰਸ਼ਰਨ ਜੀ ਕੋ ਹੈ ਵੀਰੇ, ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਪੀਕੇ, ਮੇਰਾ ਕੁਐਸਚਨ ਇਹ ਸੀਗਾ ਵੀ ਲਾਸਟ 2 ਵੀਕਾਂ ਹੋਈਆਂ ਮੇਰੀ ਇੱਕ ਬੇਸਮੈਂਟ ਖਾਲੀ ਹੋਈ ਸੀ ਤੇ ਇੱਕ ਮੈਂ ਨਵੀਂ ਬਣਾਈ ਸੀਗੀ। ਤਾਂ ਜਿਹੜੀ ਖਾਲੀ ਹੋਈ ਆ ਉਹਦਾ ਰੈਂਟ 1 ਬੈਡਰੂਮ ਦਾ $750 ਸੀਗਾ ਤੇ ਜਿਹੜੀ ਨਵੀਂ ਬਣਾਈ ਆ ਉਹ 1.5 ਜਿੱਦਾਂ 1 ਬੈਡਰੂਮ ਤਾਂ ਨਾਲ ਆਫਿਸ ਸੀਗਾ ਬਣਾਇਆ। ਪਰ ਉਹ ਲੈਣੇ ਵਾਲਾ ਕਹਿੰਦਾ ਚਲ ਕੋਈ ਗੱਲ ਨਹੀਂ ਮੈਂ ਇਹਨੂੰ 2 ਬੈਡਰੂਮ ਹੀ ਕਨਵਰਟ ਕਰ ਲੈਣਾ। ਉਹਦੀ ਐਡਵਰਟਾਈਜ਼ਮੈਂਟ ਪਹਿਲਾਂ ਅਸੀਂ ਕਰਦੇ ਹੁੰਦੇ ਸੀਗੇ ਗਾਰਡੀਅਨ ਦੇ ਵਿੱਚ, ਤਾਂ ਮੈਕਸੀਮਮ ਜਦੋਂ ਲਾਸਟ ਟਾਈਮ ਕਿਤੇ ਬੇਸਮੈਂਟ ਰੈਂਟ ਤੇ ਕੀਤੀ ਆ 60 to 75 ਕਾਲਸ ਆਉਂਦੀਆਂ ਹੁੰਦੀਆਂ ਸੀ। ਪਰ ਐਤਕੀ ਫੇਸਬੁੱਕ ਦੇ ਉੱਤੇ ਐਡਵਰਟਾਈਜ਼ਮੈਂਟ ਕੀਤਾ ਸੀਗਾ ਮੇਰੇ ਮੁੰਡੇ ਨੇ, ਪਹਿਲੇ 4 ਘੰਟਿਆਂ ਦੇ ਵਿੱਚ 200 ਬੰਦੇ ਦਾ ਜਾਨੀ ਕਿ ਰਿਸਪੌਂਸ ਆ ਗਿਆ। ਤਾਂ 1 ਬੈਡਰੂਮ ਦਾ ਰੈਂਟ ਸੀਗਾ $1,250 ਤਾਂ 2 ਬੈਡਰੂਮ ਦਾ ਰੈਂਟ ਸੀਗਾ $1,650। ਤੁਸੀਂ ਹਾਂਜੀ ਦੋਨੋਂ ਹੀ ਘੱਟ ਸੀ ਜੀ। ਪਰ ਮੈਂ ਤੁਹਾਨੂੰ ਲੱਗਾ ਅੱਛਾ ਠੀਕ ਆ, ਪਰ ਉਹ ਮੈਂ ਤੁਹਾਨੂੰ ਦੱਸਣ ਲੱਗਾ ਸੀਗਾ ਉਹ ਅਸੀਂ ਜ਼ਿਆਦਾ ਐਡਾ ਰੈਂਟ ਨਹੀਂ ਰੱਖੀਦਾ। ਤੁਹਾਡੀ ਗੱਲ ਉਹ ਵਿੱਚੇ ਆ ਜਾਂਦੀ ਆ ਵੀ ਯਾਰ ਜੇ ਘਰ ਸਸਤਾ ਲਿਆ ਕਿਸੇ ਨੂੰ ਜੇ ਥੋੜਾ ਜਿਹਾ ਬੈਨੀਫਿਟ ਚਲੇ ਵੀ ਜਾਊਗਾ ਤਾਂ ਕੋਈ ਗੱਲ ਨਹੀਂ। ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ ਜੀ। ਪਰ ਮੈਨੂੰ ਜ਼ਿਆਦਾ ਤਰਸ ਇਸ ਗੱਲ ਤੇ ਆ ਰਿਹਾ ਸੀਗਾ। ਮੇਰੇ ਖਿਆਲ 10 ਜਾਣਿਆਂ ਦੀ ਇੰਟਰਵਿਊ ਕੀਤੀ ਉਹ ਅਸੀਂ ਦੋਵਾਂ ਜਾਣਿਆਂ ਨੇ, ਉਹਦੇ ਵਿੱਚ ਸਟੂਡੈਂਟ ਕਾਫੀ ਸੀਗੇ
200 ਦੇ ਵਿੱਚੋਂ 10 ਦੀ ਲਈ ਆ ਤੇ ਬਹੁਤ ਜਾਨੀ ਕਿ ਪੜ੍ਹੇ ਲਿਖੇ ਨਿਆਣੇ ਸੀਗੇ, ਪਰ ਉਹ ਆਪਣੀ ਸਟੋਰੀ ਦੱਸਦੇ ਸੀਗੇ ਵੀ ਯਾਰ ਸਾਡੇ ਕੋਲ ਅਸੀਂ 2 ਜਣਿਆਂ ਨੇ ਰਹਿਣਾ ਹੈਗਾ, ਇੰਨੇ ਪੈਸੇ ਆ, ਪਰ ਜੇ ਤੁਸੀਂ ਕਹਿੰਦੇ ਰੈਂਟ ਅਸੀਂ ਤੁਹਾਨੂੰ ਹੋਰ $300 ਦੇ ਦਿੰਨੇ ਆ। ਸਾਡੇ ਨਾਲ ਜਿਹੜਾ 1 ਬੈਡਰੂਮ ਤੇ ਸੀਗਾ ਉਹ ਕਹਿੰਦਾ ਸਾਡਾ ਜਿਹੜਾ ਤੀਸਰਾ ਪਾਰਟਨਰ ਹੈਗਾ ਉਹ ਵੀਕ ਮੰਥ ਦੇ ਵਿੱਚ 4 ਰਾਤਾਂ ਉਹਨੇ ਸੌਣਾ ਹੁੰਦਾ, ਬਾਕੀ ਟਾਈਮ ਉਹ ਟਰੈਕਿੰਗ ਤੇ ਰਹਿੰਦਾ, ਅਸੀਂ ਰੈਂਟ ਵਧਾ ਦਿੰਨੇ ਆ। ਦੂਸਰੇ 2 ਬੈਡਰੂਮ ਤੇ ਵੀ ਏਦਾਂ ਲੋਕਾਂ ਨੇ ਕਿਹਾ ਯਾਰ ਅਸੀਂ ਇੱਕ ਬੰਦਾ ਨਾਲ ਸਰ ਤੇ ਇਸ ਗੱਲ ਤੇ ਆ ਰਿਹਾ ਵੀ ਇਹ 200 ਬੰਦਾ ਜਿਹੜਾ ਲੱਭਣ ਡਿਆ ਆ 2 ਬੇਸਮੈਂਟਾਂ ਦੇ ਪਿੱਛੇ ਇੰਨੇ ਬੰਦੇ ਆ, ਇਹ ਰਹਿਣ ਦੀ ਜਿਹੜੀ ਪ੍ਰੋਬਲਮ ਹੋਣੀ ਲੋਕਾਂ ਨੂੰ, ਇਹ ਕਿੱਦਾਂ ਗਵਰਨਮੈਂਟ ਜਾਂ ਲੋਕੀ ਸੋਲਵ ਕਰਨਗੇ? बहुत बड़ी प्रॉब्लम है सर, थोड़ा बहुत शुक्रिया। तुसी $100 दोनों के अंदर घट मंगया, बल्कि 2 बड़ों के अंदर 200 घट मंगया। ऐसा हर आदमी सोच लेते मजा ही नहीं आ जाए, सारे एक दूसरे को अकोमोडेट करने की कोशिश करन। मैं क्विकली कहना चाहूंगा कि मेरा एक क्लाइंट है बड़ा बड़ा फ्रॉम दुबई, अलावान कंस्ट्रक्शन कंपनी, उन्होंने बड़ी बड़ी कंपनी, उन्होंने बड़े घर मैं इत्थे लैके दिते हुए ने। एक उदा अपार्टमेंट, एक स्टूडेंट ਉਹਦੇ ਮਾਪਿਓ ਦਾ ਡਾਈਵੋਰਸ ਹੋ ਗਿਆ ਫਰਮ ਕੀਨੀਆ, ਉਹਨਾਂ ਦਾ ਡਾਈਵੋਰਸ ਹੋ ਗਿਆ ਤੇ ਉਹ ਸਟੂਡੈਂਟ ਰੈਂਟ ਨਹੀਂ ਦੇ ਪਾ ਰਿਹਾ ਸੀਗਾ। ਜਿਸ ਤਰ੍ਹਾਂ ਲੇਟ ਹੋਇਆ ਤੇ ਮੈਂ ਉਹਨੂੰ ਨੋਟਿਸ ਭੇਜਤਾ ਤੇ ਨਾਲ ਮੈਂ ਆਪਣੇ ਕਲਾਇੰਟ ਨੂੰ ਕਿਹਾ ਕਿ ਵੀ ਮੈਂ ਉਹਨੂੰ ਨੋਟਿਸ ਭੇਜਤਾ, ਉਹਦੇ ਮਦਰ ਫਾਦਰ ਦਾ ਡਾਈਵੋਰਸ ਹੋ ਗਿਆ ਦੋਨਾਂ ਦਾ, ਉਹ ਕੱਲੀ ਕੁੜੀ ਤੇ ਪੜ੍ਹ ਰਹੀ ਹੈ ਯੂਨੀਵਰਸਿਟੀ ਆਫ ਟੋਰਾਂਟੋ, ਉਹ ਰੈਂਟ ਟਾਈਮਿੰਗ ਨਹੀਂ ਦੇ ਪਾ ਰਹੀ ਤੇ ਮੈਂ ਉਹਨੂੰ ਕੱਢ ਰਿਹਾ। ਉਹਦਾ ਫਟ ਮੈਸੇਜ ਆਇਆ, ਠੀਕ ਹੈ ਮੈਂ ਆਪਣੇ ਸਿਰ ਤੇ ਪਾਪ ਨਹੀਂ ਲੈਣਾ, ਬਿਲਕੁਲ ਤੂੰ ਕਿਰਾਇਆ ਨਹੀਂ ਮੰਗਣਾ, ਉਹਨੂੰ ਕਹਿ ਦੇ ਕਿ ਵੀਲ ਅਕੋਮੋਡੇਟ ਯੂ। ਇੱਕ ਉਹਦੇ ਉੱਤੇ ਪ੍ਰੈਸ਼ਰ ਚੱਲ ਰਿਹਾ ਬੜਾ ਜ਼ਬਰਦਸਤ ਉਹਦੇ ਮਾਂ-ਬਾਪ ਦਾ, ਉਹਦੇ ਉੱਤੇ ਦੂਜਾ ਪ੍ਰੈਸ਼ਰ ਚੱਲ ਜਾਏਗਾ ਸਾਡਾ ਕਿਰਾਏ ਦਾ। ਡੋਂਟ ਵਰੀ ਐਟ ਆਲ, ਆਈ ਡੋਂਟ ਕੇਅਰ। ਉਹਨੂੰ ਕਹੋ ਰਿਲੈਕਸ, ਤੁਸੀਂ ਬੈਠ ਤੂੰ ਆਰਾਮ ਨਾਲ ਆਪਣਾ ਕਰ ਲਾ, ਉਹਨੂੰ ਬਾਹਰ ਨਾ ਕੱਢ। ਇਹੋ ਜਿਹੇ ਵੀ ਚੰਗੇ ਬੰਦੇ ਦੁਨੀਆ 'ਚ ਬੈਠੇ ਹੋਏ ਨੇ ਸਰ, ਜਿੰਨਾ ਮਜ਼ਾ ਨਹੀਂ ਕਰਨਾ ਬਸ। ਉਹਨਾਂ 10 ਜਾਣਿਆਂ ਨੇ ਹਰ ਬੰਦੇ ਨੇ ਇਹੀ ਕਿਹਾ, ਮੇਲ ਐਂਡ ਫੀਮੇਲ ਨੇ, ਵੀ ਅਸੀਂ ਕੱਪੜੇ ਧੋ ਸਕਦੇ ਹਾਂ, ਅਸੀਂ ਹੋਰ ਕੋਈ ਬਿੱਲ ਤਾਂ ਨਹੀਂ ਦੇਣਾ ਹੈਗਾ, ਰਾਈਟ। ਪਰ ਲੋਕਾਂ ਨੇ ਬਾਅਦ ਏਦਾਂ ਵੀ ਕੀਤਾ ਹੈ ਵੀ ਉਹਨਾਂ ਨੂੰ ਰੈਂਟ ਤੇ ਦੇ ਦਿੱਤੀ, ਕੱਪੜੇ ਨਹੀਂ ਧੋਣ ਦਿੰਦੇ, ਫਿਰ ਉਹਨਾਂ ਦੇ ਉੱਤੇ ਮਜ਼ਦੂਰ ਬਣਾਇਆ, ਉਹਨਾਂ ਨੂੰ ਮਜ਼ਦੂਰ ਬਣਾ ਕੇ ਰੱਖਿਆ ਹੈ, ਬਦੂਆ ਮਜ਼ਦੂਰ। 25% ਅਸੀਂ ਤੁਹਾਡੇ ਕੋਲੋਂ ਲੈਣੇ ਬਿੱਲ ਬੱਤੀਆਂ ਜਾਂ ਤੁਹਾਨੂੰ ਇੰਟਰਨੈਟ ਦੇਣਾ ਤਾਂ ਇੰਨੇ ਦਾ ਦੇਣਾ। ਯਾਰ ਇਹ ਬੜੀਆਂ ਆਈ ਡੋਨਟ ਨੋ ਖੁਸ਼ੀਆਂ ਹੀ ਗੱਲਾਂ ਲੋਕੀ ਕਰਨ ਲੱਗ ਪਏ। ਜੇ ਤੁਹਾਡਾ ਵਧੀਆ ਚੱਲਦਾ ਤਾਂ ਕੀ ਹੋ ਗਿਆ, ਜੇ ਤੁਸੀਂ ਅਗਲੇ ਨੂੰ ਕਹੇ, ਮੈਂ ਤਾਂ ਸ਼ੁਗਲ ਦੇ ਵਿੱਚ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਨਹੀਂ ਕੱਪੜੇ ਤੁਸੀਂ ਜਲੰਧਰ ਸਾਡੇ ਉੱਥੇ ਟੂਬਲ ਲੱਗਾ ਉੱਥੇ ਧੋ ਕੇ ਆਇਆ। ਸਰ ਰੱਬ ਦੇਖ ਰਿਹਾ, ਤੁਸੀਂ ਇਹ ਜਿਹੜਾ ਕਰ ਰਹੇ ਹੋ ਨੇਕੀ ਕਰ ਕੂਏ ਮੇਂ ਡਾਲ, ਨੇਕੀ ਕਰ ਕੂਏ ਮੇਂ ਡਾਲ, ਇਹ ਰੱਬ ਦੇਖ ਰਿਹਾ, ਤੁਹਾਨੂੰ ਇਹ ਰਿਟਰਨ ਆਏਗਾ, ਇਨਡਾਇਰੈਕਟਲੀ ਰੱਬ ਵੱਲੋਂ ਆਏਗਾ। ਬਹੁਤ ਚੰਗੀ ਸੋਚ ਹੈ ਤੁਹਾਡੀ, ਔਰ ਗੱਲ ਕਰਕੇ ਮੈਨੂੰ ਵੈਸੇ ਹੀ ਚੰਗਾ ਲੱਗਦਾ ਹੈ। ਓਕੇ ਥੈਂक्स ਪੀਟਰ, ਓਕੇ थैंक यू जी, थैंक यू। नेक्स्ट कॉल जी। हाँ जी, कमलेश पांड्या जी, you're on the air. गुड आफ्टरनून। तो सबरवाल साहब, ऐसा है कि मैंने एक टाउन हाउस रेंट पे दिया था विडबी में। अभी वो किराया तो नहीं दे रहा है 3-4 महीने से, अभी अप्लाई फॉर द लैंडलॉर्ड टेनेंट बोर्ड, लेकिन बाद में पता चला। एक मिनट रोक रहा हूँ। 3 महीने से नहीं दे रहा था, आपने अप्लाई कब किया? इमीडिएटली कर दिया था कि आपने वेट करी? अभी 3-2 महीना वेट किया उसको N4 नोटिस तो हमने लास्ट 6 मंथ में हर महीने देनी पड़ी थी, बिकॉज ऑफ 6-7 महीने से वो लेट ही दे रहा था। तो फिर हमने N4 वगैरह दी और लॉयर ने फिर अभी कर दिया। थोड़ा वेट किया कि भाई चलो अच्छा बंदा है। अब क्या हुआ गया कि सिटी ऑफ विडबी से हमको लेटर आ गया कि भाई वी अटैच द 6 महीने का टाइम मांगा उन्होंने। 3 महीने से नहीं दिया। अच्छा, वेरी गुड जी। तो अभी भी सिटी ऑफ विडबी ने क्या बोला कि भाई आपने जब से प्रॉपर्टी ली तब से आपने पानी का बिल भरा ही नहीं। मैंने बोला नहीं, वो तो हमारा टेनेंट भर रहा है। बोले योर टेनेंट डिडंट पे एनीथिंग, और आपका जो पानी का बिल है वी अटैच विथ योर प्रॉपर्टी टैक्स। तो मैंने बोला ये बिल उसके नाम पे नहीं जा रहा है। बोले नहीं, इन द दराम रीजन इफ यू रेंट आउट एनीथिंग वी विल नॉट ट्रांसफर द यूटिलिटी बिल ऑन हिज नेम, ओनली फॉर वाटर, ओनली फॉर। यस, हाइड्रो ट्रांसफर होता है सर, पानी ट्रांसफर नहीं होता, ध्यान रख लीजिए। और गैस ट्रांसफर हो जाती है और पानी नहीं होता है। तो फिर हमको पानी नहीं होता, पानी की आपकी रिस्पॉन्सिबिलिटी है। अगर वो बिजली का बिल नहीं देता तो आपके पीछे हाइड्रो वाले नहीं आएंगे, वो उन्हीं को क्रेडिट खराब करके उन्हीं से मांगेंगे, और जब वो खाली होता है तो आपके नाम ऑटोमेटिक बिल आना शुरू हो जाता है। लेकिन अगर उसका अकाउंट कैंसिल होता है तब भी आपके नाम आता है, लेकिन पानी वो हो या ना हो, पानी आपके नाम ही आएगा। और दूसरा उसने क्या किया कि एनब्रिज का जो गैस आता था उसको उसने कॉल करके बोल दिया कि आई एम मूविंग आउट फ्रॉम द हाउस फ्रॉम 1 नवंबर। तो एनब्रिज ने वो उसके नाम से निकाल के हमारे नाम पर कर दिया हमारे। हाँ जी, बिल्कुल ऐसे होता है, बिल्कुल ऐसे होता है। फिर जब मैंने पानी नहीं आता, फिर मैंने एनब्रिज में फोन किया, मैंने बोला वो मूव आउट नहीं हो रहा है टेनेंट, वो तो अभी रह ही रहा है। तो वो बोल रहा है कि फिर क्या करें, आप बोल दे तो हम गैस बंद कर दे, गैस सप्लाई।
मैंने बोला हाँ बिल्कुल ठीक बता रहे हैं। वो देखो टेनेंट ये शरारत करते हैं, वो क्या है कि अपना बिल बंद करवा रहा है, उन्हें कर दिया बंद, तो अब आपके नाम ऑटोमेटिक आएगा। अगर आप कहते हैं जी उसके नाम बनाओ, टेनेंट अपने नाम से बिल नहीं लेना चाहता तो कनेक्शन बंद कर देंगे, सिंपल सी बात है। हाँ, लेकिन फिर उसमें आप पैरालीगल को मिलिए, मुझे लगता है आपको पैरालीगल को मिलने की जरूरत है। हाँ, अगर आपको जरूरत है, नाम है, मैं आपको नाम दे दूंगा, ठीक है। पैरालीगल तो है, आप मुझे टैक्स में डाल दीजिए। पैरालीगल बोल रहा था मुझे कि आप बंद कर सकते हो गैस, लेकिन मैंने बोला मैं मार्केट में पूछ लूं सीनियर एजेंटों वगैरह जी, कि अगर मैंने गैस बंद कर दिया तो कल उसके वो कोर्ट में नहीं बोलेगा कि उसने मुझे। नहीं, बिल्कुल नहीं कर सकते आप, बिल्कुल कोर्ट से ऑर्डर के बगैर नहीं करना, बिल्कुल भी आपके अगेंस्ट चली जाएगी बात, तो बिल्कुल नहीं करना बंद। आप यूटिलिटी बंद नहीं कर सकते सर, नॉन पेमेंट ऑफ रेंट की जगह आप उनको बाहर निकाल सकते हैं, बट नॉन पेमेंट ऑफ रेंट की वजह से आप यूटिलिटी बंद नहीं कर सकते, आपके अगेंस्ट बहुत बड़ी बात बन जाएगी। नहीं, लेकिन उसने गैस का बिल भी पे करना बंद कर दिया है, तो सर जो भी है आप बंद नहीं कर सकते, बंद नहीं कर सकते आप, कोर्ट आपने आप सूट फाइल कर दिया, वहां से ऑर्डर आने दो। ओके, चलो ठीक है, आपका केस बहुत वीक हो जाएगा। मैं यहाँ पर बड़ा क्लियर बता दूं, मैं आपको आउट ऑफ माई एक्सपीरियंस बता रहा हूँ, आई एम नॉट ए पैरालीगल, आई एम नॉट ए लॉयर। आई नो बट you are like Jack, you know everything, you know, so don't worry. थैंक यू। Yeah, no problem. Thank you. थैंक यू। हाँ जी, अगली कॉल जी, अनिल जी तुसी आंदे रहो, अनिल जी को है। जी दो प्रश्न है आपसे और मंगा जी दोनों से ही है। एक पहला प्रश्न तो यह है कि आपकी जानकारी में ऐसा कुछ है कि बैंक ऑफ कनाडा ने थर्ड क्वार्टर के लिए कुछ लॉस रजिस्टर किया, कोई जानकारी में है आपकी? जी 500 समथिंग मिलियन का लॉस हुआ है जी, 544 है शायद। जी मोंगा साहब आपको पता होगा ज्यादा। फर्स्ट टाइम इन द हिस्ट्री जी, हाँ जी 87 ईयर ਦੀ ਹਿਸਟਰੀ 87 ਸਾਲ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਲਾਸ ਕੀਤਾ ਹੈ। ਇਹ ਜੋ ਲਾਸ ਹੈ ਉਹ ਜਿਹੜਾ ਅਨਿਲ ਜੀ ਆਪ ਕਹਿ ਰਹੇ ਹੈ, ਇਹ ਮੇਨ ਅਕਾਊਂਟਿੰਗ ਦੇ ਤੌਰ ਤੇ ਹੈ ਕਿ ਜਿਹੜਾ ਉਹਨਾਂ ਨੇ ਅਚਾਨਕ ਤੇਜ਼ੀ ਨਾਲ ਇੰਟਰਸਟ ਰੇਟਸ ਵਧਾਏ ਸੀਗੇ, ਸੋ ਇੰਨੀ ਤੇਜ਼ੀ ਨਾਲ ਜਿਹੜੇ ਇੰਟਰਸਟ ਰੇਟਸ ਵਧਾਉਣ ਦੇ ਕਾਰਨ ਉਹਨਾਂ ਨੂੰ ਜੋ ਪੈਸੇ ਦੇਣੇ ਪਏ ਉਹਦੇ ਕਾਰਨ ਉਹਨਾਂ ਦਾ ਲਾਸ ਹੋਇਆ। ਮੋਨਿਟਰੀ ਲਾਸ, ਮੋਨਿਟਰੀ ਪਾਲਿਸੀ ਦੇ ਵਿੱਚ ਦਿੱਕਤ ਨਹੀਂ ਹੈ ਉਹਨਾਂ ਨੂੰ, ਉਹਨਾਂ ਨੇ ਕੋਵਿਡ ਦੇ ਵਿੱਚ ਕੁਝ ਐਸੈਟਸ ਵੀ ਵੱਧ ਬਾਈ ਕੀਤੇ ਸੀਗੇ ਔਰ ਇਹ ਜਲਦੀ ਜਿਹੜਾ ਤੁਸੀਂ ਦੇਖ ਲਓਗੇ ਨੈਟ ਗੇਨਸ ਵੀ ਉਹਨਾਂ ਦੇ ਹੋਣੇ ਸ਼ੁਰੂ ਹੋ ਜਾਣਗੇ। ਸੋ ਇਹ ਯੈਸ लॉसेस है, लेकिन कोई बहुत बड़ा इशू या चैलेंज बैंक ऑफ कनाडा लिए नहीं है। जी मंगा जी, इसके दूरगामी परिणाम जी कोई है ही नहीं सर, इस पर प्रॉब्लम आनी ही नहीं चाहिए बैंक को इसमें, क्योंकि इतना बड़ा लॉस नहीं है और वैसे भी वो वापस प्रॉफिट में आ जाएंगे अभी अगले जो रिपोर्ट आएगी, सो दे विल बी इन प्रॉफिट ओनली, उनको कोई प्रॉब्लम नहीं आएगी इससे। अच्छा, दूसरा प्रश्न जो है वो भी आप दोनों से है, बाकी आप तीनों ही बुद्धिजीवी हैं, तीनों ही जवाब दें। देखिए बैंक ऑफ कनाडा का कुछ दिन पहले एक टिप्पणी आई थी कि यदि जो ये पैसा बांटा गया था पीछे वोटों की राजनीति के कारण, अगर वो पैसा इतने लंबे समय तक ना बढ़ता, वो पहले रुक जाता, तो जो इन्फ्लेशन की जो समस्या है ये समस्या इतनी गहरी नहीं होती। तो इसके ऊपर मैं आप तीनों की टिप्पणी जाना चाहता हूँ। सर एक छोटी बात मैं कहूंगा, बाकी तो एक्सपर्ट आप हैं। एक इसके ऊपर क्रिटिक ये भी आया था सर कि कई लोग भूखे भी मर जाते अगर इतना लंबा ना चलता, तो उनके पॉइंट ऑफ व्यू से भी लंबा चलना जरूरी था। पर आपकी बात में दम है कि कई लोगों ने इसको मिसयूज किया और उनके में पैसे ज्यादा आ गए, उन्होंने खर्च ज्यादा करना शुरू कर दिया, पर कई लोगों को भूखा मरने से बचा लिया। फूड बैंक में जो इसको शॉर्टेज चल रही है, इतना कुछ करने के बावजूद भी इतनी जबरदस्त शॉर्टेज चल रही है। जी मोगा साहब। जी नहीं आप सही कह रहे हैं, बट आप दोनों ही सही हैं अपनी अपनी जगह पे। अनिल जी आप भी सही है। बैंक ऑफ कनाडा को ये प्रॉब्लम रही है कि गवर्नमेंट ने उसको ज्यादा लंबा चलने दिया, उसको एक पॉइंट पे जाके रोकना था। अभी भी बैंक ऑफ कनाडा को प्रॉब्लम आ रही है, जैसे अल्बर्टा की प्रीमियर ने अनाउंस कर दिया है वो कुछ $600-800 बच्चे का मिलेगा, ये मिलेगा, और 2.5 और 3 बिलियन के करीब वो बांटना शुरू कर रहे हैं वहां पे। तो वो एक तरफ तो इन्फ्लेशन रोकने की कोशिश की जा रही है और दूसरी तरफ ये जो पॉलिटिशियन है वो रिलीफ दे के खर्चा बढ़ाए जा रहे हैं, इन्फ्लेशन को बढ़ाए जा रहे हैं। तो बैंक ऑफ कनाडा को और भी ज्यादा दिक्कत आ रही है। याद होगा मैंने आपको पहले भी एक दिन बात की थी कि एक कार के दोनों आगे स्टीयरिंग लगे, वो 2 स्टीयरिंग लगा रखे हैं। एक इकोनॉमी बैंक ऑफ कनाडा चलाना चाह रहा है जो कि अपने हिसाब से उसको इन्फ्लेशन नीचे लाना चाह रहा है, दूसरी तरफ इकोनॉमी पॉलिटिशियन स्टीयरिंग व्हील कहीं और घुमा रहे हैं। सो बैंक ऑफ कनाडा के लिए बहुत बड़ी दिक्कत खड़ी हुई है ये, और आप 100% सही है सर, ये पहले बंद हो जाना चाहिए। जी आपकी टिप्पणी बहुत बहुत धन्यवाद। थैंक यू।
हाँ, थोड़ा इन्होंने प्रोलॉन्ग जरूर कर दिया, मैं इस बात से एग्री करता हूँ, लेकिन इनिशियल स्टेज पे जैसे पीके जी ने कहा उस समय बिल्कुल जरूरत थी, वरना चैलेंजेस बहुत ज्यादा आ जाते हैं हमारे लिए। तो उस टाइम पे हमें जरूरत थी, लेकिन बाद में थोड़ा ज्यादा प्रोलॉन्ग कर दिया। और अब मैं आपको एक और इंटरेस्टिंग चीज बता देता हूँ कि हर रोज हम देख रहे हैं कि 200 मिलियन रिकवर हो गए, 800 मिलियन रिकवर हो गए, 500 मिलियन रिकवर हो गए। ओवरऑल $2.3 बिलियन सीआरए ने ऑलरेडी रिकवर कर भी लिया है। जिन लोगों ने गलत तरीके से पैसा लिया था, मतलब मिलियंस ऑफ डॉलर रिकवर हो रहे हैं, उनसे हो चुके हैं 2.3 बिलियन। और बैंक ऑफ सीआरए कह रहा अभी तो शुरुआत है। जो भी लोगों ने गलत पैसे लिए हैं, हम उनसे पैसा धड़ाधड़ वापस रिकवर कर रहे हैं। सो पैसा उनसे वापस लिया जा रहा है, उनको नोटिस जा रहे हैं, उनको परेशानियां हो रही हैं इस समय जिन्होंने गलत तरीके से पैसा लिया था। और ज्यादातर वो जो $2000 की सर्व थी, तो अब उस समय हुआ क्या कि उन्होंने खुद सीआरए ने भी ये कहा है, उन्होंने कहा कि बिल्कुल हमारा मैकेनिज्म बहुत अच्छा काम किया, हमने बहुत अच्छे से उस समय लोगों की टेक केयर की इन गुड फेथ, कि लोग जिसको जरूरत होगी वो लेगा, जिसको नहीं जरूरत होगी वो नहीं लेगा, जो एलिजिबल नहीं है वो नहीं लेगा हमसे। लेकिन हमने सबको अप्रूव कर दिया कि ताकि किसी को दिक्कत ना आए उस समय, और बहुत लोगों को इससे फायदा हुआ है। अब वो सबकी असेसमेंट कर रहे हैं कि भाई आप बताओ आप एलिजिबल थे, नहीं एलिजिबल थे, और मिलियंस ऑफ डॉलर अब रिकवर हो रहा है। तो वो पहले तो आ रही थी ना खबर 800 मिलियन ले लिया उन्होंने वापस, अब 800 मिलियन नहीं जी, अब 2.3 बिलियन ले लिया वापस, और मिलियंस ऑफ डॉलर वो और धड़ाधड़ हर एक की असेसमेंट होगी, क्योंकि वो आपने अब टैक्स फाइल करना है। जो टैक्स फाइल करते हैं वो हर एक की असेसमेंट करते हैं कि आप तो एलिजिबल थे, नहीं थे, क्या था, पैसा वापस करो सरकार का। सो पैसा जिसको नहीं जरूरत थी, बिना मतलब जिसने लिया है, एलिजिबल नहीं थे, उनका सबका पैसा वो वापस ले लिया सरकार। तो ठीक रहेगी पॉलिसी उस समय के लिहाज से। ठीक है जी। हाँ जी, ਇਹ ਜੀ ਅਗਲਾ ਸਵਾਲ ਤੁਹਾਡੇ ਲਈ ਹੈ ਜਿਹਦੇ ਵਿੱਚ ਹਾਂਜੀ ਉਹਨਾਂ ਨੇ ਕਿਹਾ ਯੁੱਧਵੀਰ ਜੀ would you ask PK ਸਾਹਿਬ why builders are not reducing prices, for example outside GTA say Paris, Stony Creek, Caledonia, resale in the same subdivision, same model is selling in the resale for 800,000, but the builder is still booking new houses for over 1 million, closing within next 2 years. How would you explain this, and what would be a buyer or investor should do in this scenario? जी, पहली बात तो ये है सर, जो रीसेल के साथ हम बिल्डर का कंपेयर कर नहीं सकते। अगर किसी बंदे ने 6 साल पहले घर लिया है, उसे वो घर अगर 7 लाख का लिया था और 8 लाख का बेच रहा है, लेकिन बिल्डर आज उसको कंस्ट्रक्ट कर रहा है, बिल्डर की कंस्ट्रक्शन एंड लेबर कॉस्ट ऑलरेडी मोर देन 30% बढ़ चुकी है, तो बिल्डर इस वजह से उसके प्राइस कम नहीं कर पा रहा। लेकिन मैं आपको ये बता दूं, बिहाइंड द सीन जैसे युद्ध जी कहा करते हैं, और वो क्या एक आपको बड़ा अच्छा डायलॉग है, वो स्टोरी हाँ, तो वो ये है कि बिल्डर जो है आपको डिस्काउंट्स बड़े मोटे दे रहे हैं, बड़े मोटे आपको डिस्काउंट दे रहे हैं। कईयों को लेटर आ चुके हैं कि आपकी क्लोजिंग आपने बुक किया था 1.3 मिलियन का, हम आपको $2 लाख डिस्काउंट दे देते हैं। आपकी क्लोजिंग जो है 4 महीने के बाद है या 6 महीने के बाद है, आप हमें $1 लाख डिपॉजिट और दे दो। वो क्या कर रहे हैं कि उनको ये डर शुरू हो गया कि अब ये बुकिंग नहीं हो पाएगी, क्लोजिंग नहीं हो पाएगी, और हमारा सारा झगड़े में ना चला जाए, हम झगड़े में नहीं जाना चाहते, इनसे $1 लाख डिपॉजिट और ले लो ताकि हमारा पैसा सिक्योर हो जाए, और इनको हम $2 लाख कम कर देंगे। बड़े फोन आए मेरे को कि $2 लाख मेरे को प्राइस कम कर रहा है बिल्डर, और $1 लाख डिपॉजिट और मांग रहा है, क्या करूं? तो जी आप सोचो, मैं इसके ऊपर कुछ नहीं बोलूंगा। उसके बाद क्या देखा हमने, जैसे वो मान लीजिए 1.4 मिलियन का था, या जितना भी मान लो, 2 लाख वो कम कर रहा है, और 1.2 का उसको दे दिया, उसने अमेंडमेंट डाल दिया। अब वो सेम घर बिल्डर रिलीज कर रहा है 1.1 मिलियन के, वो बंदे फिर दुखी हो गए। हमने तो 1.4 का बुक किया था, अब सेम घर बिल्डर 1.1 मिलियन का बुक कर रहा है। अब बिल्डर अपनी कॉस्ट तक जा रहा है। पहले बिल्डर ने बड़े मोटे प्रॉफिट कमाए, बड़े तगड़े, अब बिल्डर सिस्टम में आ गया, अब उसके घर नहीं बिक रहे, खर्चे ज्यादा है, इंटरेस्ट ज्यादा है, लेकिन वो अपनी कॉस्ट से कम तो जाएगा नहीं, किसी हालत में कॉस्ट से कम तो जाएगा नहीं। इसीलिए इन्वेंट्री के अंदर और भी प्रॉब्लम आ रही है। अभी देखो, एक ये जो बात बड़ी जबरदस्त, अब ये इसके ऊपर अभी मेरे को लगता है इन्वेस्टिगेशन बैठेगा। जैसे ये अभी बिल आया है, बिल 23, जिसमें परसों बिल जिसमें आया है, अब ये मेरिट नाम है शायद उसका, मेरिट स्टाइल्स, अपोजिशन एनडीपी की लीडर, उसने ये कहा है कि ये ऑडिटर जनरल से इन्वेस्टिगेशन की जाए। अगर ये बिल 28 नवंबर को पास हुआ था, तो ये सारी जो एरिया था जो कि इन्होंने कन्वर्ट करना था, ये एरिया बिल्डरों ने कैसे नवंबर में खरीदना शुरू कर दिया? अर्ली नवंबर। बिल तो पास हुआ 28 नवंबर को,
और 1 महीना पहले बिल्डरों ने जमीनें खरीदनी शुरू कर दी, यानी कि कहीं ना कहीं तो धुआं है, आग तो कहीं लगी हुई है, धुआं तभी नजर आ रहा है, मिली भगत तो कहीं ना कहीं नजर आ रही है। सर ये बातें बहुत है, मैं डाइवर्ट कर गया टॉपिक को थोड़ा सा, बाद में मुझे बात याद आ गई थी, लेकिन जो आपकी क्वेश्चन था रीसेल वाला, वो सस्ते लिए हुए थे बिल्कुल। जिस बंदे ने 6 लाख का लिया था वो कीमतें बढ़ के वो मिलियन की होगी, मिलियन के बाद वो 8 लाख की लगी, कहता मैं 8 लाख का बेच दूंगा। लेकिन जो उसका घर बनी अभी रहा है वो मिलियन का कॉस्ट ही करता है, वो बिल्डर कैसे सस्ता बेच देगा। पर मैं आपको डिस्काउंट दिला सकता हूँ बिल्डरों से। बिल्डर अपने प्राइस लिस्ट इसलिए भी कई बार कम नहीं करता क्योंकि जो उसके ओरिजिनल बायर होते हैं उनके लिए वो एक बाउंडर नहीं खड़ा करना चाहता कि वो सारे अगेंस्ट हो जाए कि मैंने बुक किया था 6 लाख का, तूने 5 लाख का कैसे कर दिया। कुछ बिल्डरों ने किया है, मैंने बुक किया था 1 मिलियन का, तूने 9 लाख कैसे कर दिया। तो क्या कर रहा है बिल्डर, इनडायरेक्टली बैकडोर आपको डिस्काउंट दे रहा है। मेरे पास आ जाओ, मैं अभी किसी को मैंने अभी काउंटर बेचा $1 लाख की, मैंने उसको पार्किंग फ्री दे दी है, फ्री दिलवा दिया पार्किंग, पेमेंट्स डिपॉजिट के ऊपर। मैंने कुछ और यूनिट अभी रिलीज कराए कुछ बिल्डरों से, 5%, आप सिर्फ 5% दो 2-2.5 साल के अंदर, बस बात खत्म, आपने और देना ही नहीं है। तो ये बड़ा मोटा डिस्काउंट है, आपकी 20% इन्वेस्टमेंट की जगह 5% इन्वेस्टमेंट है, मिल रहे हैं बेनिफिट, पर लेने कैसे हैं वो आपने देखना है, या हमें कॉन्टेक्ट कर लो, आपको दिलवाएंगे। कैसे दिलवाते हैं हम लोग जी जी ऑन दी सर तेजेंद्र साहब गो हेड। हाँ जी तेजेंद्र जी। हाँ जी सत श्री अकाल जी साਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ ਉਹ ਜਿਹੜੇ ਪੈਰਿਸ ਦੀ ਗੱਲ ਕਰ ਰਹੇ ਨੇ, ਮੈਨੂੰ ਲੱਗਦਾ ਬਿਲਡਰ ਨੇ ਆਲਰੇਡੀ ਪ੍ਰਾਈਸਾਂ ਘਟਾਈਆਂ ਸੀਗੀਆਂ ਉਹਨਾਂ ਦੀਆਂ, ਤਾਂ ਹੀ ਉਹ ਸੇਲ ਸੂਲ ਹੋਇਆ ਲਾਸਟ ਵੀਕਐਂਡ ਤੇ ਜਿੱਦਾਂ ਮੈਨੂੰ ਪਤਾ ਲੱਗਿਆ ਵੀ ਪਹਿਲਾਂ ਵਾਲੀਆਂ ਪ੍ਰਾਈਸਾਂ ਨਾਲੋਂ ਆਲਰੇਡੀ ਪ੍ਰਾਈਸਾਂ ਗਿਰੀਆਂ ਸੀਗੀਆਂ, ਤਾਂ ਹੀ ਉਹਦਾ ਬਾਅਦ ਪੜ ਗਿਆ ਦੁਬਾਰਾ। ਤੇ ਬਾਕੀ ਸਰ ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਸੀਗਾ ਜੀ ਜੀ ਜੀ। ਹਾਂਜੀ ਹਾਂਜੀ ਸਰ ਬੋਲੋ ਬੋਲੋ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਸੀ, ਤੁਸੀਂ ਲੈਤਾ, ਦੈਟ ਇਜ਼ ਔਨ ਯੂ, ਬਟ ਆਈ ਐਮ ਸਟਿਲ ਨਾਟ ਟੇਕਿੰਗ ਐਨੀਬਡੀਜ਼ ਨੇਮ। ਜੀ ਹਾਂਜੀ ਸਰ। ਸੈਕੰਡਲੀ ਮੈਂ ਕਹਿਣਾ ਚਾਹੁੰਦਾ ਜਦੋਂ ਪ੍ਰਾਈਸਾਂ ਹੁੰਦੀਆਂ ਵੱਧ ਰਹੀਆਂ ਨੇ ਨਾ, ਉਦੋਂ ਤਾਂ ਤੁਸੀਂ ਕੰਪਲੇਨ ਨਹੀਂ ਕਰਦੇ ਵੀ ਬਿਲਡਰ ਮੈਨੂੰ ਤੂੰ ਮਿਲੀਅਨ ਦਾ ਵੇਚਿਆ ਸੀ, ਹੁਣ ਤੂੰ ਅਗਲੇ ਬੰਦੇ ਨੂੰ 1.1 ਦਾ ਵੇਚ ਰਿਹਾ, ਵਾਈ ਆਰ ਯੂ ਡੂਇੰਗ ਦੈਟ। ਪਰ ਉਹਨਾਂ ਦੇ ਉਹ ਲਿਸਟ ਦੇ ਥੱਲੇ ਲਿਖਿਆ ਤਾਂ ਹੁੰਦਾ ਵੀ ਪ੍ਰਾਈਸਿਸ ਕੈਨ ਚੇਂਜ ਐਟ ਐਨੀ ਟਾਈਮ, ਜਿਹੜਾ ਮੇਰੇ ਮਾਰਕੀਟ ਉਹਨਾਂ ਨੇ ਪਾਇਆ ਹੁੰਦਾ। ਤੇ ਹੁਣ ਉਹਦਾ ਬਿਲਡਰ ਨੂੰ ਪਤਾ ਹੀ ਹੈ ਵੀ ਮਾਰਕੀਟ ਕਿੱਥੇ ਹੈ, ਤੇ ਜੇ ਰੀਸੇਲ 8 ਲੱਖ ਤੇ ਯਾਰ ਬਿਲਡਰ ਫਿਰ 1.1 ਦਾ ਤਾਂ ਵੇਚ ਨਹੀਂ ਸਕਦਾ, ਉਹਨੇ ਵੀ ਵੇਚਣੇ ਆ, ਉਹਨੇ ਰੱਖਣੇ ਤਾਂ ਹੈ ਨਹੀਂ, ਪਰ ਉਹ ਘੱਟੋ ਘੱਟ ਵੇਚੀ ਕਰੇਗਾ ਮੈਂ 9 ਲੱਖ ਦੇ ਵੇਚਦਾ ਜੀ। ਬਿਲਕੁਲ ਠੀਕ ਹੈ ਜੀ, ਲਾਸ ਵੀ ਵੇਚਣ ਵਾਲੇ ਤਿਆਰ ਹੋ ਜਾਣਗੇ ਕਿਉਂਕਿ ਉਹਨਾਂ ਦਾ ਘਰ ਪਿਆ ਵੀ ਬੜਾ ਵੱਡਾ ਲਾਸ ਦੇ ਰਿਹਾ ਜੀ ਜੀ। ਵੱਡੇ ਵੱਡੇ ਲੋਨ ਨੇ ਉਹਨਾਂ ਦੇ ਉੱਤੇ, ਉਹਨਾਂ ਨੇ ਆਪਣੇ ਸਪਲਾਇਰ ਨੂੰ ਪੇਮੈਂਟਾਂ ਕਰਨੀਆਂ ਨੇ, ਬਹੁਤ ਕੁਝ ਕਰਨਾ, ਇਟ ਆਲ ਡਿਪੈਂਡਸ। ਕੁਝ ਬਿਲਡਰ ਇਹੋ ਜਿਹੇ ਵੀ ਨੇ ਜਿਹਨਾਂ ਨੇ ਲੋਨ ਹੀ ਨਹੀਂ ਲਿੱਤਾ ਹੋਇਆ, ਇਟ ਡਜ਼ਨਟ ਮੈਟਰ ਟੂ ਦੈਮ, ਪਰ ਜਿਹਨਾਂ ਉੱਤੇ ਹੈਵੀ ਲੋਨਸ ਹੈਗੇ ਨੇ ਤਾਂ ਉਹਨਾਂ ਦੇ ਹੈਵ ਨੋ ਚੋਇਸ। ਬਿਲਕੁਲ ਸਹੀ ਹੈ ਸਰ, ਥੈਂਕ ਯੂ। हाँ जी अगला सवाल है जी, प्लीज आस्क पीके जी, फ्यूचर ऑफ डिजाइन डिस्ट्रिक्ट हैमिल्टन। ब्यूटीफुल, मेरा अपना भी यूनिट है सर, एम्बलम बिल्डर है, बड़ा सॉलिड बिल्डर है, इन्ना सॉलिड बिल्डर है कि इन्हें लोन की भी लोड़ नहीं हैगी, मॉडगेज की भी लोड़ नहीं हैगी इस बिल्डर ਨੂੰ। ਵੈਰੀ ਸੋਲਿਡ ਬਿਲਡਰ, ਵੈਰੀ ਰਾਈਟਲੀ ਪ੍ਰਾਈਸ, ਵੈਰੀ ਵੈਲ ਲੋਕੇਟਿਡ, ਔਰ ਸਭ ਤੋਂ ਵੱਡੀ ਗੱਲ ਹੈ ਇਹਦੀ ਕਲੋਜ਼ਿੰਗ ਬੜੀ ਲੰਬੀ ਹੈ ਸਰ, ਤੇ ਯੂ ਕੈਨ ਨੈਵਰ ਗੋ ਰੋਂਗ, ਯੂ ਕੈਨ ਨੈਵਰ ਐਵਰ ਗੋ ਰੋਂਗ। ਆਈ ਸੋਲਡ ਅ ਲੋਟ, ਆਈ ਆਲਸੋ ਬੌਟ ਵਨ ਫॉर ਮਾਈ ਡਾਟਰ, ਤੇ ਯੂ ਆਰ ਗੁੱਡ, ਵੈਰੀ ਗੁੱਡ, ਡੋਂਟ ਵਰੀ ਐਟ ਆਲ। ठीक है जी कोई प्रोजेक्ट और सेमिनार की भी जानकारी दे दो, सेमिनार आ गया करीब वैसे तो ਤੁਹਾਡਾ ਪਰ ਫਿਰ ਵੀ। ਹਾਂਜੀ ਤੁਸੀਂ ਸਾਰੇ ਬੜੇ ਜਿਹਨੂੰ ਕਹਿੰਦੇ ਰਿਸਪੈਕਟਡ ਐਂਡ ਜਿਹਨੂੰ ਕਹਿੰਦੇ ਨੇ ਸੈਲੀਬ੍ਰਿਟੀ ਇਨਵਾਈਟਿਡ ਉੱਥੇ ਜੀ, ਤਾਂ ਸਾਰੀ ਪੂਰੀ ਵਾਈ ਮੀਡੀਆ ਪੂਰਾ ਆ ਰਿਹਾ ਜੀ ਉੱਥੇ, ਸਭ ਨੂੰ ਮਿਲਣ ਦਾ ਮੌਕਾ ਮਿਲੇਗਾ, ਮਿਲਾਂਗੇ ਅਸੀਂ ਇੱਕ ਦੂਜੇ ਨੂੰ। ਔਰ ਉੱਥੇ ਹੁਣ ਤੱਕ ਤੇ ਯੁਧਵੀਰ ਜੀ ਨੂੰ ਤੁਸੀਂ ਟੀਵੀ ਤੇ ਜਾਂ ਰੇਡੀਓ ਤੇ ਸੁਣਿਆ ਜਾਂ ਟੀਵੀ ਤੇ ਦੇਖਿਆ, ਹੁਣ ਤੁਸੀਂ ਆ ਕੇ ਪਰਸਨਲ ਮਿਲੋਗੇ, ਤੁਸੀਂ ਦੇਖੋਗੇ ਜਿਹੜੇ ਬੱਚੇ ਆ ਕੇ ਰੇਡੀਓ ਤੇ ਪ੍ਰੋਗਰਾਮ ਦਿੰਦੇ ਨੇ ਜਾਂ ਟੀਵੀ ਤੇ ਦਿੰਦੇ ਨੇ, ਸਾਰੇ ਤੁਹਾਨੂੰ ਉੱਥੇ ਮਿਲਣਗੇ। ਔਰ ਅਨਫੋਰਚੂਨਟਲੀ ਅਸੀਂ ਬੁਕਿੰਗਸ ਬੰਦ ਕਰਤੀਆਂ ਨੇ, ਰਜਿਸਟ੍ਰੇਸ਼ਨ ਬੰਦ ਕਰਤੀ ਹੈ। ਕੱਲ ਰਾਤੀ ਸਭ ਨੂੰ ਈਮੇਲ ਚਲੀ ਗਈ ਹੈ ਜੀ, ਜਿਨ੍ਹਾਂ ਨੂੰ ਈਮੇਲ ਕਹਿੰਦੇ ਨਹੀਂ ਮਿਲੀ ਉਹ ਆਪਣੀ ਸਪੈਮ ਦੇਖ ਲੈਣ, ਔਰ ਉਹਨਾਂ ਨੂੰ ਸਭ ਨੂੰ ਕਨਫਰਮੇਸ਼ਨ ਚਲੀ ਗਈ ਹੈ। ਜਿਹੜੇ ਵੇਟਿੰਗ ਲਿਸਟ ਤੇ ਸੀਗੇ ਉਹਦੇ ਅੰਦਰ ਅਸੀਂ ਅਨਫੋਰਚੂਨਟਲੀ ਕਿਉਂਕਿ ਕੈਪੈਸਿਟੀ ਪੂਰੀ ਹੋ ਗਈ ਸੀਗੀ, ਉਹਨਾਂ ਨੂੰ ਵੇਟਿੰਗ ਲਿਸਟ ਵਾਲੇ ਨੂੰ ਅਸੀਂ ਇੱਕ ਬੰਦਾ ਅਲਾਉ ਕੀਤਾ ਬਜਾਏ 2 ਦੇ, ਤੇ ਵੀ ਹੈਵ ਟੱਚਡ 700 ਪੀਪਲ ਸਰ, ਕੋਈ ਮਜ਼ਾਕ ਨਹੀਂ ਹੈਗਾ। ਔਰ ਇਹਦੇ ਬਾਅਦ ਬੈਂਕਟ ਹਾਲ ਨੇ ਹੱਥ ਖੜੇ ਕਰਤੇ ਕਿ ਜੀ ਅਸੀਂ ਨਹੀਂ ਅਕੋਮੋਡੇਟ ਕਰ ਸਕਦੇ, ਔਰ ਫਿਜ਼ੀਬਲ ਵੀ ਨਹੀਂ ਹੈਗਾ ਕਿਉਂਕਿ 1.5 ਘੰਟੇ ਦੇ ਅੰਦਰ ਬ੍ਰੇਕਫਾਸਟ ਖਤਮ ਕਰਨਾ ਔਰ ਰਜਿਸਟ੍ਰੇਸ਼ਨ ਖਤਮ ਕਰਨੀ, ਉਹਦੇ ਬਾਅਦ ਫਿਰ 2 ਵਜੇ ਦੇ ਬਾਅਦ ਲੰਚ, ਉਹ ਹੋ ਨਹੀਂ ਸਕਦਾ ਸੀਗਾ ਤੇ ਸਾਨੂੰ ਰੋਕਣਾ ਪੈ ਗਿਆ। ਇਹਦੇ ਬਾਅਦ ਅਸੀਂ ਹੋਰ ਅਸੈਪਟ ਕਰਨੇ ਬੰਦ ਕਰਤੇ ਨੇ। मॉर्गेज एजेंट्स एंड रियल्टर्स आर नॉट अलाउड। अगर किसी ने गलत बोल के अपने आप रजिस्टर किया हुआ है,
मैं तुहानूं दस दिया जमाना बड़ा अगे निकल गया है. वी हैव ऑल द डिटेल्स, वी हैव एवरीथिंग विद अस एंड वी नो some of the mortgage agents and some of the realtors have booked already. We know that also. उन्होंने उत्थे रोकता जाएगा, सिक्योरिटीज देयर उन्होंने उत्थे रोकता जाएगा और ऐ ना होए कि उत्थे उन्हां दी अपनी बेइज्जती महसूस करन ते उन्होंने बाहर कड्ढता जाएगा. बिकॉज दिस इज डन बाय टीम सबरवाल. जिहड़े एजेंट साडे ने टीम सबरवाल दे न्यूज़ दे एजेंट ने उन्हां दी बड़ी मेहनत हैगी. दे वुड नॉट वांट कि भी बाहरों कोई रियल्टर्स और मॉर्गेज ब्रोकर्स आ जाए. ते साडे इन हाउस जिहड़े मॉर्गेज ब्रोकर ने रियल्टर्स ने यस दे आर देयर टीम सबरवाल दे. ते 4 दिसंबर ਨੂੰ ਹੈਗਾ ਜੀ 9:30 स्टार्ट हो रहा है सवेरे रजिस्ट्रेशन एंड ब्रेकफास्ट. 11 बजे सेमिनार स्टार्ट हो जाएगा. 11 से लेके 1 बजे तक 2 घंटे चलेगा. 1 तो लेके 2 बजे तक क्वेश्चन आंसर होंगे और उसके बाद 2 बजे लंच आ जाएगा जी. इट इज फ्री, नो चार्जेस. मैं वेन्यू हूँ दोबारा इस करके नहीं बार बार दस रहा, मैं पहले भी नहीं दसिया, मैं दोबारा कह रहा कि मैं क्यों नहीं दस रहा, क्योंकि वी डोंट वांट वॉक-इन्स. वॉक-इन्स ਅਸੀਂ नहीं चाहवांगे कोई आ जाएगा, ਅਸੀਂ अलाउ नहीं करांगे क्योंकि ਸਾਡੇ ਕੋਲ पूरी लिस्ट हैगी. ਤੇ ਇਸ ਕਰਕੇ ਐ ਨਾ ਹੋਏ ਤੁਹਾਨੂੰ बुरा लगे, इस करके मैं ਇਹਦਾ ਵੈਨਿਊ नहीं दस रहा. पर ਜਿਹੜੇ ਇਨਵਾਈਟਡ ਹੈ ਉਹਨਾਂ ਨੂੰ ਸਭ ਨੂੰ ਵੈਨਿਊ ਪਤਾ ਹੈ, ਸਭ ਨੂੰ ਪੂਰਾ ਸਕੇਜੂਲ ਪਤਾ ਹੈ, ਸਭ ਨੂੰ ਪੂਰਾ ਆਈਟਨਰੀ ਪਤਾ ਹੈਗੀ. ਤੇ 4 ਦਿਸੰਬਰ ਯੁਧਵੀਰ ਜੀ ਸੰਡੇ ਹੈਗਾ ਸਵੇਰੇ. ਐਂਡ ਥੈਂਕ ਯੂ ਟੂ ਆਲਸੋ ਕਿ ਤੁਹਾਡਾ ਜਿਹੜਾ ਸ਼ੋਅ ਹੈਗਾ ਦੂਰੋਂ ਦੂਰੋਂ ਮੈਨੂੰ ਮੈਸੇਜ ਆਉਂਦੇ ਨੇ, US ਤੋਂ ਮੈਨੂੰ ਮੈਸੇਜ ਆਉਂਦੇ ਨੇ. ਤੁਹਾਡੇ ਸ਼ੋਅ ਜਿਹੜੇ ਨੇ ਪੂਰੇ ਆਲ ਓਵਰ ਕੈਨੇਡਾ ਚੱਲਦੇ ਨੇ. ਜਿਹੜੇ ਪਹਿਲੇ ਜਿਸ ਤਰ੍ਹਾਂ ਪਹਿਲੇ ਭਾਈ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਇੰਟਰਵਿਊ ਵਾਸਤੇ ਨਹੀਂ ਕਿਹਾ, ਯੈਸ ਇੰਟਰਵਿਊ ਵਾਸਤੇ ਵੀ ਕਹਿਣਾ ਚਾਹੀਦਾ ਸੀਗਾ, ਲੇਕਿਨ ਮੈਂ ਇਹ ਵੀ ਨਾਲ ਕਹਿ ਦਿਆਂ ਕਿ ਤੁਹਾਡਾ ਸ਼ੋਅ ਆਲ ਓਵਰ ਕੈਨੇਡਾ ਨਹੀਂ ਅਮਰੀਕਾ 'ਚ ਹੀ ਜਾਂਦਾ ਹੈ. ਐਮ ਆਈ ਰਾਈਟ ਔਰ ਰੌਂਗ ਯੁਧਵੀਰ ਜੀ? ਨਹੀਂ ਬਿਲਕੁਲ ਸਰ, ਤੁਹਾਡੇ ਬੜੇ ਭਰਾ ਦੀ ਆਸ਼ੀਰਵਾਦ ਦੇ ਨਾਲ, ਬੜੇ ਭਰਾ ਦੇ ਨਾਲ ਔਰ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਬਿਲਕੁਲ ਸਰ ਸਾਨੂੰ ਬਹੁਤ ਉੱਥੋਂ ਸਪੋਰਟ ਮਿਲਦੀ ਹੈ. ਬਹੁਤ ਕਾਲਸ ਆਉਂਦੀਆਂ ਨੇ ਅਮਰੀਕਾ 'ਚ ਔਰ ਬੜੇ ਲੋਕ ਉੱਥੇ ਸੁਣਦੇ ਨੇ, ਪਿਆਰ ਕਰਦੇ ਨੇ. ਸਾਰਿਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਸਰ. ਬੜਾ ਮਜ਼ਾ ਆਉਂਦਾ ਸਰ. ਵੈਨਕੂਵਰ ਤੋਂ ਮੈਨੂੰ ਕਾਲ ਆ ਰਹੀ ਹੈ, ਕੈਲਗਰੀ ਤੋਂ ਮੈਨੂੰ ਕਾਲ ਆਉਂਦੀਆਂ ਨੇ ਤੇ ਮੈਂ ਆਲ ਓਵਰ ਕੈਨੇਡਾ ਦਾ ਦੇਣਾ ਚਾਹਾਂਗਾ. ਲੇਕਿਨ ਕਿਸੇ ਨੂੰ ਪਰਸਨਲ ਚਾਹੀਦਾ, ਜਿਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਵੀ ਓਨਟਾਰੀਓ ਜਾਂ ਬ੍ਰੈਂਪਟਨ, ਉਹ ਵੀ ਮੈਂ ਅਸੀਂ ਹਮੇਸ਼ਾ ਨਿਊਜ਼ ਦਿੰਦੇ ਰਹਿੰਦੇ ਹਾਂ. ਮੈਂ ਡਿਟੇਲ ਹੀ ਨਿਊਜ਼ ਦਿੰਦਾ ਹੁੰਦਾ. ਲੇਕਿਨ ਜਿਹਨੂੰ ਕਹਿੰਦੇ ਨੇ ਕਿ ਯੈਸ ਇਹ ਪ੍ਰੋਗਰਾਮ ਜਿਹੜਾ ਹੈਗਾ ਆਲ ਓਵਰ ਕੈਨੇਡਾ ਬੜਾ ਮਜ਼ਾ ਆਉਂਦਾ ਹੈ ਜੀ. ਜਿਸ ਕਰਕੇ ਮੈਨੂੰ ਦੂਰੋਂ ਦੂਰੋਂ ਮੈਸੇਜ ਆਉਂਦੇ ਨੇ ਔਰ ਉਹ ਕਹਿੰਦੇ ਨੇ ਜੀ ਮੈਂ ਆ ਰਿਹਾ, ਮੈਂ ਤੁਹਾਨੂੰ ਮਿਲਣਾ ਚਾਹੁੰਦਾ. ਤੁਸੀਂ ਕਿੱਥੋਂ ਆ ਰਹੇ ਹੋ ਜੀ? ਮੈਂ ਜੀ ਉਹ ਵੈਨਕੂਵਰ ਤੋਂ ਆ ਰਿਹਾ ਜੀ, ਮੈਂ BC ਤੋਂ ਆ ਰਿਹਾ ਜੀ, ਮੈਂ ਕੈਲਗਰੀ ਤੋਂ ਆ ਰਿਹਾ ਜੀ, ਮੈਂ ਇੱਥੇ ਘੁੰਮਣ ਆ ਰਿਹਾ, ਤੁਹਾਨੂੰ ਮਿਲਾਂਗਾ. ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ? ਅਸੀਂ ਜੀ ਵਾਈ ਮੀਡੀਆ ਦੇਖਦੇ ਹਾਂ ਜੀ, ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ. ਮੈਨੂੰ ਬੜਾ ਫਖਰ ਹੁੰਦਾ ਤੁਹਾਡੇ ਤੇ ਯੁਧਵੀਰ ਜੀ ਇਹ ਗੱਲ ਸੁਣ ਕੇ. ਥੈਂਕ ਯੂ ਸਰ. ਮੈਂ ਫਿਰ ਇਹੀ ਕਹਾਂਗਾ ਸਭ ਤੋਂ ਪਹਿਲਾਂ ਤਾਂ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਸ਼ੁਕਰੀਆ ਅਦਾ, ਤੁਹਾਡੇ ਭਰਾਵਾਂ ਦਾ, ਬੜੇ ਭਰਾਵਾਂ ਦਾ PK ਜੀ. ਤੁਹਾਡੀ ਬਹੁਤ ਬਹੁਤ ਸਪੋਰਟ, ਆਸ਼ੀਰਵਾਦ, ਬਲੈਸਿੰਗ, ਗਾਈਡੈਂਸ ਸਭ ਕੁਝ ਸਾਨੂੰ ਮਿਲੀ ਹੈ. ਪੰਕਜ ਮੋਂਗਾ ਜੀ ਮੇਰੇ ਤੋਂ 2 ਸਾਲ ਛੋਟੇ ਨੇ, ਮੇਰਾ ਬਹੁਤ ਛੋਟਾ ਪਿਆਰਾ ਭਰਾ ਨਾਲ ਹੈ ਸਾਡੇ, ਔਰ ਕਮਿਊਨਿਟੀ ਦਾ ਹੱਥ ਜੋੜ ਕੇ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਪੰਕਜ ਜੀ. ਠੀਕ ਹੈ ਤੁਸੀਂ ਨਾਲ ਸਰ? ਬਿਲਕੁਲ ਬਿਲकुल ਤੁਸੀਂ ਦੋਨੋਂ ਜੀ, ਮੈਂ ਤੁਹਾਨੂੰ ਟੋਕ ਰਿਹਾ, ਤੁਹਾਨੂੰ ਬੋਲਣ ਤੋਂ ਪਹਿਲੇ ਪੰਕਜ ਜੀ ਮੈਂ ਬੋਲ ਰਿਹਾ ਕਿ ਪੰਕਜ ਜੀ ਯੂ ਆਰ ਆਲਸੋ ਅ ਸੈਲੀਬ੍ਰਿਟੀ ਗੈਸਟ ਦੈਟ ਡੇ ਆਰ 4th December. ਤੁਹਾਨੂੰ ਪਤਾ ਹੈ ਕਿਤੇ ਐਨ ਹੋਏ ਕਿ ਤੁਸੀਂ ਭੁੱਲ ਜਾਓ ਫਿਰ ਤੁਹਾਨੂੰ ਘਰ ਨਹੀਂ ਵੜਨ ਦੇਣਾ ਮੈਂ ਉਸ ਦਿਨ. ਤੇ ਤੁਸੀਂ ਸਰ ਅਸੀਂ ਉੱਥੇ ਮਿਲਾਂਗੇ ਸਵੇਰੇ ਸਭ ਤੋਂ ਪਹਿਲਾਂ. ਹਾਂ ਪੰਕਜ ਜੀ ਤੁਹਾਡੇ ਚਾਹਣ ਵਾਲੇ ਵੀ ਬਹੁਤ ਹੈਗੇ ਨੇ, ਮੈਨੂੰ ਪਤਾ ਤੁਹਾਡੇ ਜਾਣ ਵਾਲੇ ਬਹੁਤ ਹੈਗੇ ਨੇ. ਯੂ ਵਿਲ ਬੀ ਆਲਸੋ ਦੇਅਰ ਐਂਡ ਸਾਡੀ ਜਿਹੜੀ ਤਿੰਨਾਂ ਦੀ ਟਿਕੜੀ ਹੈਗੀ, ਅਸੀਂ ਕੋਵਿਡ ਤੋਂ ਅਸੀਂ ਕਹਿੰਦੇ ਆਏ ਹਾਂ ਅਸੀਂ ਸਭ ਨੂੰ ਕਿ ਅਸੀਂ ਕੋਵਿਡ ਜਾਂਦੇ ਅਸੀਂ ਸਾਰੇ ਮਿਲਾਂਗੇ, ਸਭ ਨੂੰ ਅਸੀਂ ਇਨਵਾਈਟ ਕਰਾਂਗੇ. ਉਹ ਅਸੀਂ 1 ਮਹੀਨੇ ਤੋਂ ਸਭ ਨੂੰ ਇਨਵਾਈਟ ਕਰ ਰਹੇ ਹਾਂ ਔਰ ਇਹ 700 ਲੋਕਾਂ ਦਾ ਆਉਣਾ ਆਪਣੇ ਆਪ ਵਿੱਚ ਹੀ ਇੱਕ ਇਹਦਾ ਜਵਾਬ ਹੈਗਾ ਕਿ ਦੇਖੋ ਕਿੰਨੇ ਲੋਕ ਸਾਨੂੰ ਚਾਹੁੰਦੇ ਨੇ ਜੀ. ਬਿਲਕੁਲ PK ਜੀ 100% ਤੁਸੀਂ ਸਹੀ ਕਹਿ ਰਹੇ ਹੋ. ਔਰ ਤੁਹਾਡੀ ਉਹ ਹਾਮੀ ਨਾਲ ਮੈਂ ਉਹ ਵੀ ਦੱਸ ਦੇਵਾਂ ਯੁਧਵੀਰ ਜੀ, ਜਿਵੇਂ PK ਜੀ ਕਹਿ ਰਹੇ ਨਾ, ਕਿਉਂਕਿ ਮੈਂ ਲਾਇਸੈਂਸ ਹਾਂ, ਮੈਂ BC 'ਚ ਵੀ ਲਾਇਸੈਂਸ ਹਾਂ, ਮੈਂ ਕੈਲਗਰੀ ਜਿਵੇਂ ਅਲਬਰਟਾ 'ਚ ਵੀ ਲਾਇਸੈਂਸ ਹਾਂ, ਤਾਂ ਮੇਰੇ ਕੋਲ ਬਹੁਤ ਸਾਰੇ ਕਲਾਇੰਟ ਉੱਥੋਂ ਦੇ ਵੀ ਹੈਗੇ ਨੇ. ਉਹ ਉੱਥੋਂ ਕਾਲ ਕਰਕੇ ਮੇਰੇ ਤੋਂ ਪ੍ਰੋਡਕਟਸ ਖਰੀਦਦੇ ਨੇ, ਜਿਵੇਂ ਇੰਸ਼ੋਰੈਂਸ ਖਰੀਦਦੇ ਨੇ, ਇਨਵੈਸਟਮੈਂਟ ਕਰਦੇ ਨੇ. ਉਹ ਬਲਕਿ ਫੋਨ ਤੇ ਜ਼ੂਮ ਮੀਟਿੰਗ ਤੇ ਮੈਂ ਜਾ ਕੇ ਮਿਲ ਕੇ ਕਈ ਸਿਚੁਏਸ਼ਨ ਹੈ ਜੀ ਵੀ ਹੋਏ ਨੇ ਵੀ ਸੈਟਰਡੇ ਦੀ ਅਪਾਇੰਟਮੈਂਟ ਬੁੱਕ ਕੀਤੀਆਂ, 5-6 ਅਪਾਇੰਟਮੈਂਟ ਸੀ, ਮੈਂ ਸਵੇਰੇ ਗਿਆ ਫਲਾਈਟ ਲੈ ਕੇ ਤੇ ਸ਼ਾਮੀ ਵਾਪਿਸ ਆਇਆ. ਸੋ ਇਹ ਵੀ ਸਿਚੁਏਸ਼ਨ ਹੋਈ ਹੈ ਕਿ ਅਲਬਰਟਾ BC ਮੈਂ ਕਈ ਵਾਰੀ ਇਸ ਤਰ੍ਹਾਂ ਵੀ ਚਲਾ ਜਾਂਦਾ. ਉਹ ਕਾਲਸ ਉੱਥੋਂ ਆਉਂਦੀਆਂ ਨੇ ਸਿਰਫ ਤੁਹਾਡੇ ਰੇਡੀਓ ਨੂੰ ਸੁਣ ਕੇ. ਸੋ ਥੈਂਕ ਯੂ ਵੈਰੀ ਮਚ. ਥੈਂਕ ਯੂ ਜੀ PK ਜੀ. ਇਹ ਸਾਰਾ ਤੁਹਾਡੀ ਇਨੀਸ਼ੀਏਟਿਵ ਹੈ, ਤੁਹਾਡਾ ਐਫਰਟ ਹੈ, ਔਰ ਮੈਂ ਔਰ ਪੰਕਜ ਮੋਂਗਾ ਜੀ ਵੀ ਆਰ ਆਨਰਡ, ਓਬਲਾਈਜ਼ਡ, ਪ੍ਰਿਵਿਲੇਜਡ
ਬਲੈਸਡ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ, ਔਰ ਬਿਲਕੁਲ ਅਸੀਂ ਉਸ ਦਿਨ ਸਾਰੇ ਹਾਜ਼ਰ ਹੋ ਰਹੇ ਹਾਂ। ਵਾਈ ਮੀਡੀਆ ਦੀ ਸਾਰੀ ਟੀਮ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਜ਼ਰੂਰ ਉੱਥੇ ਸਾਰੇ ਜਣੇ ਪਹੁੰਚਣ, ਔਰ ਅਸੀਂ ਇਕੱਠੇ ਉੱਥੇ ਇੰਜੋਏ ਕਰਾਂਗੇ। ਤੁਹਾਡੀ ਵਧੀਆ ਗੱਲਬਾਤ ਹੋਏਗੀ, ਯਾਰ ਸਾਹਿਬ ਦੀ ਗੱਲਬਾਤ ਹੋਏਗੀ, ਵਧੀਆ ਉੱਥੇ ਬ੍ਰੇਕਫਾਸਟ ਹੈ ਔਰ ਇਕੱਠੇ ਮਿਲ ਕੇ ਗੱਪਸ਼ਪ ਲੱਗੇਗੀ। ਸੋ ਥੈਂਕ ਯੂ, ਤੁਸੀਂ ਇਹ ਸਾਰਾ ਇਨੀਸ਼ੀਏਟਿਵ ਲਿਆ, ਲੀਡ ਕਰ ਰਹੇ ਹੋ ਤੁਸੀਂ। ਪੀਕੇ ਜੀ, ਤੁਹਾਨੂੰ ਔਰ ਸੌਰਵ ਜੀ ਨੂੰ, ਤੁਹਾਡੀ ਸਾਰੀ ਫੈਮਿਲੀ ਨੂੰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। थैंक यू सर, थैंक यू वेरी मच। थैंक यू सर। कोई और चीज अनाउंस कर रही हो भी कर दो, और फोन नंबर भी जरूर। बस फॉर एनी प्रोजेक्ट डोंट रश। बस मैं बार बार कहूँगा डोंट रश। मैंने कोई बार रियल्टर्स कहते हैं यार तुसी कहते हो डोंट रश, असी करिए। मैं बस लफे भी खाते रहे तो डोंट रश तो हमेशा ही रहेगा। जल्दबाजी ना करो। अगर कोई कहता है जी ले लो शाम तक नीचे दिख जाएगी, बोलो जी बेच लै, नहीं विकी कि कल मेरे नाल गल कर ली। 90% चांसेस होंगे अगले दिन फिर आ जाता है जी वो तेरी विकी ले लै। इस करके जल्दबाजी ना करो, खास करके इस टाइम के अंदर सोच समझ के लो, ठोक बजा के लो। हर चीज़ के डिस्काउंट मिल रहा है, बहुत कुछ इंसेंटिव्स मिल रहे हैं बिल्डर वालों, तो वो तुम पूरे लो। नहीं समझ आ रही मेरे गल करो। लेकिन नाल मैं सैलर नूं कहांगा कि अगर सैलर हुण भी गलत फहमी बैठे हुए हैं कि जी नहीं असी जिन्हों कहते हैं कीमत 15 दिन बच जाएगी या 20 दिन बच जाएगी तो बेचांगे, मैं तुम सलाह देंगा या तो 1 साल जो पूरा या इमीडिएट भेज दो। तुझी कीमत मेरे को कई एग्जाम्पल ने जिसकी कीमत 1 मिलियन सी, मैं कह रहा जी इनू 9,50,000 तक करके बेच, नहीं मैं मिलियन का बेचांगा। फिर वो 9,50,000 से आ गया, असं उन्होंने कहा जी हूँ तेरा टाइम लेट हो गया, 9 लाख का जी मैं 9,50,000 का बेचांगा। फिर 9 लाख से आ गया, 9 लाख तो फिर 8 लाख से आ गया। अगर यही बंदा उस वक्त 9,50,000 का बेच चुका था तो उन्होंने 1.5 लाख ज्यादा मिल जाता। वक्त के पीछे पीछे मत चलो, वक्त के आगे निकलने की कोशिश करो। निकल तो कोई भी नहीं सकता, पर वक्त के आगे निकलने की कोशिश करोगे तो आप फ्यूचर सोच लोगे पहले ही, और वो डिसीजन आप आज ले लोगे। नहीं तो आप मार्केट गिरती रहेगी, आप गिराते रहोगे बस इसी इंतजार में। और आपके अभी कई हो गए लॉस में आ रहे हैं, रोज मैसेज आते हैं 50,000 का घाटा खाने को तैयार हूँ, 70,000 का घाटा खाने को तैयार हूँ, 20,000 का तैयार हूँ, 1-1 लाख का घाटे खाने वाले तैयार बैठे हुए हैं, क्योंकि उनको लगता है कि और भी लॉस खाएंगे। इसलिए जल्दबाजी जिस है बायर में आपने नहीं करनी। हमें मिलो, हमको गाइड करेंगे, बहुत सारे इंसेंटिव लेके देंगे। लॉन्ग क्लोजिंग के ऊपर जाना तब लेना, अगर शॉर्ट क्लोजिंग है तो पूरा नेगोशिएट करना। जी जी। और नेक्स्ट कॉल जी तुसी आउंदे रहो जी। हेलो हेलो हाँ जी, तुसी आउंदे रहो जी। हाँ जी, मैं मिस्टर सिद्धूवाल तो पूछना चाहिए कि एक्सचेंज फी जो नीचे जगह है कि ਉਹਦਾ ਕੀ ਫਿਊਚਰ ਹੈ ਕਿ ਉਹ ਵੀ ਥੱਲੇ ਜਾ ਰਹੀ ਹੈ? नहीं जी नहीं, तुसी चिंता ही ना करो, पूरी क्लोजिंग देखो ना तुसी 2026 एंड 2027 एक्सचेंज 3 और तुसी जो एक्सचेंज 3 लिता सीगा, तुसी एक्सचेंज 3 लिता सीगा 1250, एक्सचेंज 4 विकिया 1350, $100 वैसे रहेगा, वो $100 भी घट गया। तो उसके बाद अजे 4 साल पे ने। तुसी इस तरह अगर सोचना शुरू कर दोगे तो एक काम करो भैन जी, तुसी मैंने दे दो अपना, भेज दो मैंने यूनिट, ਤੁਹਾਨੂੰ ਮਲਾਜ ਨਹੀਂ ਦਿੰਦਾ ਮੈਨੂੰ ਵੇਚਣਾ। ਜਿਵੇਂ ਲਿੱਤਾ ਸੀ ਉਹਦੇ ਤੇ ਮੈਂ ਤੁਹਾਨੂੰ $11,000 ਐਕਸਟਰਾ ਦੇ ਦੇਣਾ। ना सोचो ना, इस करके क्या ਤੁਹਾਡੇ ਕੋਲ ਤਾਂ ਪੂਰਾ ਗੇਮ ਪਈ ਹੈ। 2026 ਤੁਸੀਂ 3rd ਦੀ ਗੱਲ ਕਰ ਰਹੇ ਹੋ, ਬੜਾ ਮੋਟਾ ਪ੍ਰੋਫਿਟ। आई प्रॉमिस योर मनी विल ट्रिपल। ਤੁਸੀਂ ਜਿਹੜਾ ਪਾਇਆ ਨਾ ਉਹਦਾ ਪੈਸਾ ਉਹ 3 ਗੁਣਾ ਹੋਏਗਾ, ਤੁਸੀਂ ਦੇਖ ਲੈਣਾ। ठीक है, थैंक यू। ओके ओके, थैंक यू अमन जी। और जी अगली कॉल वाल वधदे हैं जी। हाँ जी, तुसी आउंदे रहो जी। हेलो हाँ जी, हेलो जी, तुसी कित्थों कॉल कर रहे हो जी? मैं भाजी मार्टन तो बोल रही हाँ। हाँ जी, बोलो जी प्लीज, तुसी आउंदे रहो। गो हैड। मैं वैसे तो मैनू पता नहीं तुहाडा किहड़ा टॉपिक चलदा, वैसे मैं तुहानू एक सुनेहा देना सी किसे दा हैगा, पर मैं तुहाडे नाल गल करनी ताकि क्योंकि चकदे नहीं। हाँ जी, तुसी ऑन द एयर गल करनी कि ऑफ द एयर? हाँ जी, ऑन द एयर ही ठीक है, ओके। अच्छा, ਅਸੀਂ ਨਾ ਐਡ ਸੁਣੀ ਸੀ ਇੱਕ ਇਹਨਾਂ ਕਿਸੇ ਰੇਡੀਓ ਸਟੇਸ਼ਨ ਤੋਂ, ਹਨਾ, ਇੱਥੇ ਹੀ ਆਪਣੇ ਟੀਵੀ ਤੇ ਬੜੀ ਐਡ ਉਹਦੀ ਆਉਂਦੀ ਸੀ, ਭਾਈ ਦੀ ਕੋਈ ਡਾਕਟਰ ਹੈ ਹਨਾ, ਤੇ ਅਸੀਂ ਉਹਦੇ ਕੋਲ ਗਏ ਆ, ਉਹਨੇ ਸਾਨੂੰ ਠੱਗ ਲਿਆ ਇੱਕ ਕਿਸਮ ਦਾ। $300 ਸਾਤੋਂ $350 ਲੈ ਲਏ ਤੇ ਸਾਨੂੰ ਪਾਣੀ ਜਿਹਾ ਸ਼ੀਸ਼ੀਆਂ 'ਚ ਪਾ ਕੇ ਦੇ ਦਿੱਤਾ ਆ। ਤਾਂ ਜਿਹੜੀ ਉਹਨੇ ਦਵਾਈ ਸਾਡੇ ਮੂੰਹ 'ਚ ਪਾਈ ਆ, ਉਹ ਸੁਣਦਾ ਹੋਣਾ ਡਾਕਟਰ ਵੀ, ਤੇ ਉਹ ਚੈਨਲ ਵਾਲੇ ਵੀ ਸੁਣਦੇ ਹੋਣਗੇ। ਤੁਹਾਡਾ ਕੋਈ ਕਸੂਰ ਨਹੀਂ, ਮੈਂ ਤੁਹਾਡੇ ਥਰੂ ਮੈਸੇਜ ਦੇਣਾ ਚਾਹੁੰਦੀ ਹਾਂ ਉਹਨੂੰ। ਹਾਂਜੀ, ਤੇ ਐਡਵਰਟਾਈਜ਼ਮੈਂਟ ਜਿਹੜੀ ਆ ਕਿਸੇ ਦੀ ਸਿਹਤ ਦੇ ਨਾਲ ਖਾਸ ਕਰਕੇ, ਇਹ ਪਲੀਜ਼ ਸਹੀ ਹੋਣੀ ਚਾਹੀਦੀ ਆ। ਤੇ ਤੁਸੀਂ ਤਾਂ ਮੈਨੂੰ ਲੱਗਦਾ ਨਹੀਂ ਤੁਹਾਡਾ ਕੋਈ ਹੋਰ ਟੌਪਿਕ ਚੱਲਦੇ ਆ,
ਤੇ ਉਹ ਜਿਹੜੇ ਭਾਈ ਨੇ ਕਿਸੇ ਨੇ ਸਾਨੂੰ ਠੱਗਿਆ $300, ਉਹਨੇ ਅੰਦਰ ਪਰਦੇ ਦੇ ਉਹਲੇ ਜਾ ਕੇ ਤੇ ਇੱਕ ਕਾਲ ਕਰਾ ਦਿੱਤੀ, ਮੈਂ ਜੀ ਬੋਲ ਰਿਹਾ ਪਤਾ ਨਹੀਂ ਮੈਨੀਟੋਬਾ ਤੋਂ, ਪਤਾ ਨਹੀਂ ਕਿਤੋਂ, ਮੈਂ ਨਾਰਵੇ ਤੋਂ ਬੋਲ ਰਿਹਾ, ਤੇ ਉਹਨੂੰ ਅਸੀਂ ਦੇਖ ਲਿਆ ਸੀ ਹਨਾ। ਫਿਰ ਵੀ ਸਾਡੇ ਕੋਲ ਉਹਨੇ $300 ਲੈ ਲਏ, ਕਹਿੰਦਾ ਜੀ ਮੈਂ 1 ਮਿੰਟ 'ਚ ਆਰਾਮ ਕਰ ਦਿੰਦਾ। ਤਾਂ ਉਹ ਬਹੁਤ ਗਲਤ ਕੀਤਾ ਉਹਨੇ ਬੰਦੇ ਨੇ, ਤੇ ਉਹਨੂੰ ਅਸੀਂ ਫੋਨ ਕਰਕੇ ਹਾਲੇ ਗਾਲਾਂ ਵੀ ਕੱਢਣੀਆਂ ਨੇ, ਦੁਖੀ ਹੋ ਗਏ ਅਸੀਂ, ਕਿਉਂਕਿ ਸਾਡੀ ਕਮਾਈ ਕੋਈ ਏਦਾਂ ਦੀ ਤਾਂ ਹੈ ਨਹੀਂ, ਅਸੀਂ ਬੁੜੇ ਬੰਦੇ ਆ, ਪੈਨਸ਼ਨ ਤੇ ਜੀ ਰਹੇ ਆ, ਕਿਰਾਏ ਵੀ ਦੇ ਰਹੇ ਆ, ਵਿੱਚੋਂ ਸਾਰਾ ਕੁਝ ਹੀ ਹੈ ਨਾ। ਤੇ ਉਹਨੇ ਸਾਡੇ ਨਾਲ ਬਹੁਤ ਗਲਤ ਕੀਤਾ। ਇਸ ਲਈ ਪਲੀਜ਼ ਜਿਹੜੀ ਕੋਈ ਐਡਵਰਟਾਈਜ਼ਮੈਂਟ ਦਿੰਦੇ ਹੋ ਥੋੜਾ ਬਹੁਤ ਝੂਠ ਚੱਲ ਸਕਦਾ, ਜ਼ਿਆਦਾ ਨਹੀਂ ਚੱਲ ਸਕਦਾ ਨਾ। ਇਹ ਉਹਨਾਂ ਜੀ ਮੈਂ ਇਹਨਾਂ ਨੂੰ ਗੱਲ ਦੱਸਾਂ ਛੋਟੀ ਜੀ, ਭੈਣ ਜੀ ਛੋਟੀ ਗੱਲ ਦੱਸਾਂ ਕਿ ਆਈ ਡੋਂਟ ਨੋ ਕਿਹੜਾ ਡਾਕਟਰ ਸੀ ਕੀ ਸੀ ਜੋ ਵੀ ਸੀ, ਤੁਸੀਂ ਰਿਟਾਇਰਡ ਹੋ, ਸੀਨੀਅਰ ਹੋ, ਮੈਨੂੰ ਮੈਂ ਆਪਣੇ ਨਾਲ ਕੋਰਿਲੇਟ ਕਰ ਲੈਣਾ ਹੁੰਦਾ, ਔਰ ਤੁਸੀਂ ਕਹਿ ਰਹੇ ਕਿ ਤੁਹਾਨੂੰ ਅਫੋਰਡ ਵੀ ਨਹੀਂ ਕਰ ਸਕਦੇ $300, ਤੁਸੀਂ ਇਹਨਾਂ ਨੂੰ ਐਕਸਪੋਜ਼ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਔਰ ਤੁਸੀਂ ਮੈਨੂੰ ਦੱਸੋ, ਮੈਂ ਆਪਣੇ ਵੱਲੋਂ ਤੁਹਾਨੂੰ ਐਜ਼ ਏ ਭੈਣ $300 ਮੈਂ ਤੁਹਾਨੂੰ ਟ੍ਰਾਂਸਫਰ ਕਰ ਦੇਣਾ, ਮੈਂ ਭੇਜ ਦੇਣਾ। ਨਹੀਂ ਆਈ ਐਮ ਸੈਂਡਿੰਗ ਯੂ $300। ਨਹੀਂ ਸਾਡੇ ਤੇ ਨਹੀਂ, ਪਤਾ ਨਹੀਂ ਸਾਡੇ ਤੇ ਵਾਸਤੇ ਤੁਸੀਂ ਯੁਧਵੀਰ ਜੀ ਕੋਲ ਪੁੱਛੋ, ਤੁਸੀਂ ਲੈ ਸਕਦੇ ਕਿ ਨਹੀਂ ਲੈ ਸਕਦੇ ਨਾ। ਬਾਕੀ ਯੁਧਵੀਰ ਜੀ ਇਹਨਾਂ ਨੂੰ $300 ਅਗਰ ਤੁਸੀਂ ਇਹਨਾਂ ਕੋਲ ਲੈ ਲਓ ਐਡਰੈਸ, ਮੈਂ ਉਹਨਾਂ ਨੂੰ $300 ਭੇਜਵਾ ਦੇਣਾ ਆਪਣੇ ਵੱਲੋਂ। ਹਾਂ ਇਹ ਨਹੀਂ ਤੁਸੀਂ ਕਿਉਂ ਭੇਜ ਦਿੰਦੇ ਹੋ? ਤੁਸੀਂ ਮੇਰੀ ਸਿਸਟਰ ਆਖੋ ਨਾ, ਮੈਨੂੰ ਚੰਗਾ ਲੱਗਿਆ, ਮਤਲਬ ਕਿ ਬਈ ਮੈਂ ਤੁਹਾਡੀ ਹੈਲਪ ਕਰ ਦੇਵਾਂਗਾ, ਤੁਸੀਂ ਕਹਿੰਦੇ ਤੁਸੀਂ ਅਫੋਰਡ ਨਹੀਂ ਕਰ ਸਕਦੇ ਤੇ ਐਜ਼ ਏ ਬ੍ਰਦਰ ਸਮਝ ਲਓ, ਮੈਂ ਤੁਹਾਨੂੰ $300 ਭੇਜ ਦੇਣਾ। ਨਹੀਂ ਜੀ ਨਹੀਂ, ਥੈਂਕ ਯੂ, ਪਰ ਉਹ ਐਡਵਰਟਾਈਜ਼ਮੈਂਟ ਪਰ ਤੁਸੀਂ ਐਕਸਪੋਜ਼ ਜ਼ਰੂਰ ਕਰਨਾ। ਹਾਂਜੀ ਕਰਾਂਗੇ ਜੀ, ਮੈਂ ਤਾਂ ਉਹਦਾ ਅਸੀਂ ਉਹਨੂੰ ਫੋਨ ਵੀ ਕਰਨਾ, ਤੇ ਉਸ ਬੰਦੇ ਨੇ ਜਿਹਨੇ ਐਡਵਰਟਾਈਜ਼ਮੈਂਟ ਕੀਤੀ ਆ ਉਹਦੇ ਨਾਲ ਵੀ ਗੱਲ ਕਰਨੀ ਹੈ। ਤੁਹਾਡਾ ਅਸੀਂ ਪ੍ਰੋਗਰਾਮ ਮੈਂ ਤਾਂ ਦਿਮਾਗ 'ਚ ਆ ਗਈ ਇੱਕ ਮਿੰਟ 'ਚ, ਬਈ ਤੁਸੀਂ ਅੱਗੇ ਨੂੰ ਤੁਸੀਂ ਵੀ ਧਿਆਨ ਰੱਖਿਓ ਕੋਈ ਏਦਾਂ ਦਾ ਠੱਗ ਨਾ ਆਵੇ। ਇਹ ਤੇ ਯੂਰੀ ਜੀ ਦੇ ਧਿਆਨ ਦਾ ਮੈਂ ਦੱਸ ਦਿਆਂ, ਤੇ ਰਿਜੈਕਟ ਕਰ ਦਿੰਦੇ, ਤੇਰੀ ਮੈਂ ਐਡ ਹੀ ਨਹੀਂ ਦੇਣੀ ਤੁਹਾਡੇ ਤੇ। ਮੈਂ ਜਦੋਂ ਦੇਖਿਆ ਹੋਇਆ ਤੁਸੀਂ ਮਨਾ ਹੀ ਕਰ ਦਿੰਦੇ, ਮੈਂ ਹੈਰਾਨ ਹੁੰਦਾ ਕਈ ਵਾਰ, ਤੁਸੀਂ ਉਹਨੂੰ ਮਨਾ ਕਰਤਾ ਕਿ ਮੈਂ ਐਡ ਨਹੀਂ ਦੇਣੀ, ਤੁਸੀਂ ਕਹਿੰਦੇ ਮੈਨੂੰ ਡਾਊਟ ਹੋ ਰਿਹਾ ਮੈਂ ਨਹੀਂ ਐਡ ਦਿਆਂਗਾ। ਦੇਖੋ ਕਿੱਥੇ ਦੇਗਾ ਜੀ, ਮੈਨੂੰ ਅੱਜ ਤੱਕ ਯਾਦ ਹੈ ਯੁਧਵੀਰ ਜੀ, ਯਾਦ ਹੈ ਕੋਈ ਇੱਕ ਵਾਰੀ ਇੱਕ ਐਡ ਚੱਲੀ ਸੀ ਬੜੀ, 5000 ਦਿਓ ਮਿਲੀਅਨ ਬਣਾ ਦਿਆਂਗੇ, ਤੁਸੀਂ ਉਸ ਬੰਦੇ ਨੂੰ ਕਦੇ ਨਹੀਂ ਲਿੱਤਾ ਸੀਗਾ। ਬਹੁਤ ਸਾਰੇ ਜੀ, ਬਹੁਤ ਸਾਰੇ ਫਰਾਡ ਵਾਲੇ ਬੰਦੇ। ਇੱਕ ਵੀਰ ਜੀ ਇੱਕ ਭਾਈ ਵਕੀਲ ਹੈ, ਉਹਨੂੰ ਵੀ ਮੈਂ ਜਾ ਕੇ ਕਹਿਣਾ ਹੈ, ਬਹੁਤ ਵਾਰ ਕਿਹਾ ਵੀ ਹੈ, ਸੁਣਦਾ ਨਹੀਂ ਗੱਲ। ਉਹਨੇ ਮੇਰੇ ਤੋਂ $2000 ਲੈ ਲਿਆ, ਮੇਰੇ ਹਸਬੈਂਡ ਜੱਜ ਜੀਂਦੇ ਸੀਗੇ, ਹੁਣ ਤਾਂ ਉਹ ਹੈ ਨਹੀਂ ਗੇ, ਤੇ ਉਹਨਾਂ ਨੇ ਕਿਹਾ ਚੱਲ ਦੇ ਦੇ ਫਟਾਫਟ। ਉਸ ਬੰਦੇ ਨੇ ਪੈਸੇ ਵੀ ਨਹੀਂ ਮੋੜੇ, ਕੰਮ ਵੀ ਨਹੀਂ ਕੀਤਾ। ਜੀ ਜੀ ਭੈਣ ਜੀ ਕਿਸੇ ਦੇ ਨਾਲ ਮੈਂ ਤੁਹਾਡੀ ਮਦਦ ਕਰ ਸਕਦਾ, ਮੈਨੂੰ ਜ਼ਰੂਰ ਦੱਸ ਦਿਓ। ਐਨੀਵੇ ਇਫ ਯੂ ਕੈਨ ਹੈਲਪ ਯੂ ਲਾਈਕ ਮਾਈ ਸਿਸਟਰ ਐਂਡ ਮੇਰੀ 4 ਭੈਣਾਂ ਨੇ ਸਗੀਆਂ ਵੱਡੀਆਂ, ਚਾਰੋਂ ਮੇਰੇ ਤੋਂ ਵੱਡੀਆਂ ਨੇ, ਤੇ ਮੈਨੂੰ ਉਹ ਸ਼ਕਲ ਸਾਹਮਣੇ ਆ ਰਹੀ ਹੈ। ਇਨ ਐਨੀ ਵੇ ਇਫ ਆਈ ਕੈਨ ਬੀ ਆਫ ਐਨੀ ਹੈਲਪ ਯੂ, ਤੁਸੀਂ ਵਾਈ ਮੀਡੀਆ ਨੂੰ ਮੈਸੇਜ ਦੱਸ ਦੇਣਾ, ਤੁਹਾਨੂੰ ਪੂਰੀ ਮਦਦ ਪਹੁੰਚ ਜਾਏਗੀ। ਨਹੀਂ ਭਾਜੀ ਮੈਂ ਪੈਸੇ ਨਹੀਂ ਲੈ ਸਕਦੀ, ਕਿਉਂਕਿ ਗਵਰਨਮੈਂਟ ਸਾਨੂੰ ਪੈਨਸ਼ਨ ਦੇ ਰਹੀ, ਖਾਣ ਨੂੰ ਦੇ ਰਹੀ, ਅਸੀਂ ਆਪਣੇ ਕੋਈ ਸਿੰਪਲ ਜਿਹਾ ਸਾਡਾ ਜੀਵਨ ਹੈ, ਸਾਨੂੰ ਕੋਈ ਉਹ ਨਹੀਂ ਗੀ ਹੈਗੀ, ਤੇ ਇਹ ਠੱਗੀਆਂ ਜਿਹੜੇ ਮਾਰਦੇ ਉਹਨਾਂ ਲਈ ਹੈ ਬਸ। ਥੈਂਕ ਯੂ ਥੈਂਕ ਯੂ ਭੈਣ ਜੀ। ਫਿਰ ਵੀ ਮੈਂ ਤੁਹਾਡਾ ਆਫੀਅਰ ਵੀ ਗੱਲ ਕਰ ਲਾਂਗਾ, ਜੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੇ ਵੱਲੋਂ ਹੁਕਮ ਹੋਇਆ, ਤੇ ਅਸੀਂ ਕਿਸੇ ਤਰ੍ਹਾਂ ਦਾ ਹੁਕਮ ਹੋਇਆ ਤੇ ਪੀਕੇ ਜੀ ਨੇ ਜਿਸ ਤਰ੍ਹਾਂ ਕਹਿ ਦਿੱਤਾ, ਬੜੇ ਭਰਾ ਨੇ ਸਾਡੇ, 1 ਘੰਟਾ ਲੱਗੇਗਾ, ਸਿਰਫ 1 ਘੰਟਾ, ਇਸ ਤੋਂ ਜ਼ਿਆਦਾ ਨਹੀਂ ਮੈਂ ਹੁੰਦੇ ਆ ਜਿੱਦਾਂ ਮੈਨੂੰ ਮੈਸੇਜ ਪਹੁੰਚੇਗਾ। 1 ਆਵਰ ਨਾਟ 1 ਡੇ। ਜੀ ਜੀ ਔਰ ਬਿਲਕੁਲ ਰਾਕਸ਼ਸ ਬੈਠੇ ਨੇ ਮਾਰਕੀਟ ਦੇ ਅੰਦਰ, ਇਸ ਤਰ੍ਹਾਂ ਲੋਕੀ ਦੁਨੀਆ 'ਚ ਬੈਠੇ ਨੇ, ਕਿਸ ਤਰ੍ਹਾਂ ਉਹਨਾਂ ਦੀ ਨੀਂਦਰ ਆਰਾਮ ਖੁਦ ਹੀ, ਉਹ ਜਾਨਵਰ ਨੇ, ਇਨਸਾਨ ਥੋੜੇ ਨਾ ਨੇ ਉਹ ਬੰਦੇ। ਜੀ ਇਹਦੇ ਲਈ ਜੀ ਦੇਖੋ, ਅਸੀਂ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਐਡ ਪਹਿਲਾਂ ਹੀ ਥੋੜੀ ਜਿਹੀ ਧਿਆਨ ਨਾਲ ਲਈਏ, ਬਹੁਤ ਬੈਟਿੰਗ ਕਰਕੇ ਲੈਂਦੇ ਆ, ਜੇ ਫਿਰ ਵੀ ਕਿਸੇ ਦੀ ਐਡ ਗਲਤ ਆ ਗਈ ਹੈ ਤੇ ਇਸ ਨੂੰ ਕਰ ਦਿੰਦੇ ਆ। ਇੱਕ ਚੀਜ਼ ਮੈਂ ਹੋਰ ਜ਼ਰੂਰ ਕਹਾਂਗਾ ਜੀ, ਤੁਸੀਂ ਜ਼ਰੂਰ ਜਿਹੜੇ ਵੀ ਉਹ ਰੇਡੀਓ ਤੇ ਟੀਵੀ ਤੇ ਤੁਸੀਂ ਐਡ ਸੁਣੀ ਹੈ, ਉਹ ਮੀਡੀਆ ਅਦਾਰੇ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਗੱਲ ਕਰੋ। ਐਡਵਰਟਾਈਜ਼ਰ ਨੂੰ ਤਾਂ ਤੁਸੀਂ ਕਰੋ ਹੀ ਕਰੋ, ਪਰ ਜਿਹੜੇ ਮੀਡੀਆ 'ਚ ਜਿੱਥੇ ਵੀ ਤੁਸੀਂ ਐਡ ਸੁਣੀ ਹੈ, ਮੀਡੀਆ ਅਦਾਰੇ ਦੇ ਓਨਰ ਨੂੰ ਵੀ ਜ਼ਰੂਰ ਤੁਸੀਂ ਮੈਸੇਜ ਪਾਓ ਕਿ ਇਹ ਚੀਜ਼ ਇਸ ਤਰ੍ਹਾਂ ਹੋਈ ਹੈ। ਦੂਸਰਾ, ਪੰਕਜ ਜੀ ਔਰ ਪੀਕੇ ਜੀ, ਤੁਸੀਂ ਤਾਂ ਜਾਣਦੇ ਹੀ ਹੋ, ਸਾਡੇ ਇੱਥੇ ਬਹੁਤ ਪਾਵਰਫੁਲ ਬੋਡੀ ਹੈ OSC, ਓਨਟਾਰੀਓ ਸਿਕਿਉਰਿਟੀਜ਼ ਕਮਿਸ਼ਨ। ਸੋ ਅਸੀਂ ਤੁਸੀਂ ਤਾਂ ਜਾਣਦੇ ਹੀ ਹੋ ਸਰ। ਸੋ ਉਹਨਾਂ ਦੇ ਜਿਹੜੇ OSC ਦੇ ਜਿਹੜੇ ਮੇਨ ਪਰਸਨ ਨੇ, ਕਰਤਾ ਧਰਤਾ ਨੇ, ਉਹਨਾਂ ਨੂੰ ਅਸੀਂ ਰੀਸੈਂਟਲੀ ਸਟੂਡੀਓ 'ਚ ਲੈ ਕੇ ਆਏ ਹਾਂ, ਔਰ ਉਹਨਾਂ ਨੇ ਡਿਟੇਲ ਦੇ ਵਿੱਚ ਅਸੀਂ ਇਸ ਤੇ ਗੱਲ ਕੀਤੀ ਹੈ ਪਬਲਿਕ ਇਨਫੋਰਮੇਸ਼ਨ ਵਾਸਤੇ ਕਿ ਆਖਿਰਕਾਰ
ਕਿਹੜੇ ਫਰਾਡ ਹੋ ਰਹੇ ਨੇ, ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ, ਕੀ ਤੁਸੀਂ ਕਰ ਸਕਦੇ ਹੋ ਇਹਨਾਂ ਫਰਾਡ ਤੋਂ ਬਚਣ ਲਈ। ਅਸੀਂ OSC ਇਜ਼ ਅ ਵੈਰੀ ਪਾਵਰਫੁਲ ਬੋਡੀ ਔਰ ਸਾਰੇ ਜਿੰਨੇ ਵੀ ਆਪਣੇ ਫਾਈਨੈਂਸ਼ੀਅਲ ਪਲੈਨਰ ਨੇ ਸਭ ਕੁਝ ਸਾਰੇ ਠੀਕ ਹੈ ਸਰ। ਪੰਕਜ ਜੀ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਕਿ ਬਹੁਤ नहीं बिल्कुल सही कह रहे हो जी, बिल्कुल बहुत ज्यादा जी। और सारा OSC ਦੇ ਅੰਡਰ ਬਹੁਤ ਕੁਝ ਆਦਾ ਹੈ ਜੀ, ਉਹ ਬੋਡੀ ਗਵਰਨ ਕਰਦੀ ਹੈ ਸਾਰਾ ਕੁਝ ਉਹਨਾਂ ਤੋਂ ਇਸ਼ੂ ਹੁੰਦੇ ਨੇ, ਆਡਿਟ ਹੁੰਦੇ ਨੇ ਉਹਨਾਂ ਦੇ, ਸਾਰਾ ਕੁਝ ਉਹ ਕਰਦੇ ਨੇ। ਜੀ 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 ਔਰ ਬਿਲਕੁਲ ਜੀ ਅਸੀਂ OSC ਦੇ ਜਿਹੜੇ ਮੇਨ ਕਰਤਾ ਧਰਤਾ ਨੇ ਉਹਨਾਂ ਦੇ ਪ੍ਰੈਜ਼ੀਡੈਂਟ, ਉਹਨਾਂ ਦੇ ਨਾਲ ਅਸੀਂ ਰੀਸੈਂਟਲੀ ਇੱਕ ਇੰਟਰਵਿਊ ਕੀਤੀ ਹੈ। ਉਹ ਸਾਰਾ ਉਹ ਪਬਲਿਕ ਦੀ ਜਾਣਕਾਰੀ ਲਈ ਉਹ ਇੰਟਰਵਿਊ ਅਸੀਂ ਉਹਨਾਂ ਦੇ ਨਾਲ, ਔਰ ਉਹਨਾਂ ਨੂੰ ਅਸੀਂ ਹੋਰ ਵੀ ਇੰਟਰਵਿਊਜ਼ ਕਰ ਰਹੇ ਹਾਂ। ਪਹਿਲੀ ਇੰਟਰਵਿਊ ਕਰ ਲਈ ਉਹਨਾਂ ਦੇ ਨਾਲ, ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਇੰਟਰਵਿਊਜ਼ ਕਰਾਂਗੇ ਜਿਹਦੇ ਵਿੱਚ ਕਿ ਅਸੀਂ ਡਿਟੇਲ 'ਚ ਇਹੀ ਗੱਲ ਕਰ ਰਹੇ ਹਾਂ ਕਿ OSC ਦੇ ਜਿਹੜੇ ਸੀਨੀਅਰ ਮੈਂਬਰਸ ਨੇ ਉਹ ਸਾਡੇ ਚੈਨਲ ਵਾਈ ਤੇ ਵਾਈ ਮੀਡੀਆ ਤੇ ਆਇਆ ਕਰਨਗੇ ਔਰ ਇਹਨਾਂ ਐਕਸਕਲੂਸਿਵ ਇੰਟਰਵਿਊਜ਼ ਦੇ ਵਿੱਚ ਉਹ ਦੱਸਿਆ ਕਰਨਗੇ ਸਾਨੂੰ ਵੀ ਕਿਸ ਤਰੀਕੇ ਦੇ ਨਾਲ, ਉਹ ਸਾਨੂੰ ਦੱਸਿਆ ਕਰਨਗੇ ਵੀ ਕਿਸ ਤਰੀਕੇ ਦੇ ਨਾਲ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਕ ਸ਼ੋਰ ਕਰੀਏ ਕਿ ਅਸੀਂ ਕਿਸੇ ਤਰ੍ਹਾਂ ਦੀ ਠੱਗੀ ਤੋਂ ਬਚੀਏ। ਫਿਰ ਵੀ ਹੋ ਸਕਦਾ ਹੈ ਕੋਈ ਸ਼ਾਤਰ ਲੋਕ ਨੇ ਉਹ ਕਰ ਜਾਣ ਥੋੜੀ ਬਹੁਤੀ, ਬਟ ਮੇਨ ਕਿਹੜੇ ਤਰੀਕੇ ਨੇ, ਕਿੱਦਾਂ ਉਹ ਠੱਗੀਆਂ ਕਰਦੇ ਨੇ ਸੀਨੀਅਰਸ ਨੂੰ, ਔਰ ਖਾਸ ਕਰ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ 'ਚ ਕਿਹੜੀਆਂ ਠੱਗੀਆਂ ਹੋ ਰਹੀਆਂ ਨੇ ਉਹ ਅਸੀਂ ਉਹਨਾਂ ਨੂੰ ਲਿਆ ਕੇ ਤੇ ਉਹ ਸਾਰੀ ਇਹਦੇ ਬਾਰੇ ਜਾਣਕਾਰੀ ਦੇ ਰਹੇ ਆ ਕਿ ਤੁਸੀਂ ਇਹ ਤੋਂ ਬਚ ਸਕਦੇ ਹੈਗੇ ਹੋ, ਸਾਰੀਆਂ ਜਿਹੜੀਆਂ ਠੱਗੀਆਂ ਹੋ ਰਹੀਆਂ ਕੋਈ ਵੀ। ਠੀਕ ਹੈ ਜੀ, ਸੋ ਇਹ ਅਸੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਹਾਂਜੀ ਨੈਕਸਟ ਕਾਲ ਜੀ, ਤੁਸੀਂ ਆਨ ਦੇ ਰਹੋ ਜੀ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ ਹਾਂਜੀ ਸਰ, ਨਾਮ ਜ਼ਰੂਰ ਦੱਸ ਦਿਓ। ਮੈਂ ਬਲਜੀਤ ਸਿੰਘ ਜੀ ਪਲੀਜ਼ ਗੋ ਅਹੈਡ ਸਰ। ਸਬਰਵਾਲ ਜੀ ਨੂੰ ਸਵਾਲ ਸੀ ਦੋ। ਸਰ ਇੱਕ ਤਾਂ ਸੈਮੀਨਾਰ ਦੇ ਬਾਰੇ ਉੱਥੇ ਸੀਟਿੰਗ ਦਾ ਕੀ ਸਿਸਟਮ ਹੋਏਗਾ ਤੇ ਤੁਸੀਂ ਜੇ ਇੰਨੇ ਬੰਦੇ ਸੱਦੇ ਨੇ ਤੇ ਫਿਰ ਕੁਐਸਚਨਿੰਗ ਹਰ ਬੰਦਾ ਕਰ ਸਕਦਾ? हाँ नेचुरली सारे जने कर सकते हैं। जनरल क्वेश्चन हो जाए, इंडिविजुअल पर्सनल नहीं। जनरल क्वेश्चन होएगा तो उसके आंसर देंगे और पर्सनल क्वेश्चन वास्ते अपॉइंटमेंट बना सकते हो, इट्स फ्री। पर इंडिविजुअली क्वेश्चन होते हैं डिपेंड करेगा। 1 घंटे का टाइम दिता हुआ है क्वेश्चन आंसर वास्ते, 1 घंटा घट नहीं होता सर। तो वो जिन्हें कहते हैं सानू भी पता है कि असं 700 तक इस करके लै लेने कि 10% मेरा पुराना एक्सपीरियंस है लोग नहीं आते ही नहीं, तो 10% घट तो घट नहीं आते, लेकिन स्टिल वी हैव मैनेज। सिटिंग अरेंजमेंट पूरा थिएटर टाइप सिटिंग अरेंजमेंट है। तो ब्रेकफास्ट वास्ते अलग हॉल है और सिटिंग जिस तरह डाइनिंग टेबल होंगे उस वास्ते ब्रेकफास्ट है, सिटिंग बैठ के आराम नाल जिस तरह विआह वास्ते देखते हो। उसी प्रकार लंच वास्ते अलग हॉल है। तभी मैं क्या कि पूरा बैंकेट हॉल ही साढ़े को आ गया। तो लंच वास्ते अलग सिटिंग अरेंजमेंट है, राउंड टेबल पूरा, ब्रेकफास्ट वास्ते पूरा राउंड टेबल। और जो शो हैगा सैमीनार उस वास्ते अलग हॉल ने 2 हॉल इकट्ठे करके असी थिएटर टाइप सिटिंग अरेंजमेंट किया हैगा। एंड या यू विल लाइक इट। असी पहले बहुत किए हुए ने ते लेकिन असी पिछले कोविड दे 3 साल बंद हो गए सी। कोई और क्वेश्चन बलजीत जी तुहाडा? मेरा क्वेश्चन क्लियर नहीं हुआ। मेरा सीटिंग का मतलब सी कि फर्स्ट कम फर्स्ट सर्व दी सीट मिलेगी कि किदा सीटिंग? हाँ या सीटिंग तो नंबर नहीं हैगा जी, सीटिंग तो नंबर नहीं है। फर्स्ट कम फर्स्ट सर्व ऑन द सीटिंग हैगी, नंबर असी नहीं पाए। और लेकिन अगर तुम रजिस्टर्ड हो ऑलरेडी तो बाहर रजिस्ट्रेशन करके प्लीज अंदर जाओ, पहले ब्रेकफास्ट करो, उसके बाद जी सीट मिलती है बह जाओ। ठीक है। दूसरा मेरा रजिस्ट्रेट ਦੇ ਉੱਤੇ क्वेश्चन ਸੀ कि दो ਚੱਲ ਰਹੀਆਂ ਨੇ ਨਿਊਜ਼ के कोई कह रहे ਨੇ कि जी अगले साल प्राइस ਵਧਣਗੇ, कोई ਕਹਿੰਦੇ ਨੇ ਨਹੀਂ ਵਧਣਗੇ। ठीक है, मेरा ਦੋਨਾਂ ਦੇ ਉੱਤੇ ਤੁਹਾਡਾ ਕਮੈਂਟ ਚਾਹੀਦਾ। ਜੇ ਪੰਕਜ ਜੀ ਐਂਡ ਜਗਵੀਰ ਜੀ ਵੀ ਕਮੈਂਟ ਕਰਦੇ हैं ਜ਼ਿਆਦਾ ਬੈਟਰ है। ਵਧਣ ਦੀ ਉਮੀਦ ਨਹੀਂ ਹੈ ਜੀ, ਪਹਿਲੀ ਗੱਲ ਤੇ ਮੈਂ ਦੱਸ ਦਿਆਂ, ਵਧਣ ਦੀ ਉਮੀਦ ਨਹੀਂ ਹੈ ਸਰ। ਵਧਣ ਦੀ ਪ੍ਰਾइस ਵਧਣ ਦੀ ਉਮੀਦ ਨਹੀਂ ਹੈ, लेकिन मार्केट मैनू सैटल होती नजर आ रही है बाय द 3rd क्वार्टर ऑफ 2020। असं मिडल से पिछली बार भी क्या सीगा, मिडल ऑफ 23 के अंदर मार्केट रुकती ही नजर आ रही है। डोंट एक्सपेक्ट कि जी अगले साल बढ़ जाएगा। मार्केट सैटल हो जाना एक बड़ी बड़ी जीत है, वो वधन के बराबर होती है मार्केट सैटल होना। बाय द मिडल ऑफ 23 मैनू लगता है मार्केट सैटल होएगी, उसके बाद फिर बढ़नी शुरू होएगी। मेरा क्वेश्चन पूरा नहीं हो सकता। मेरा क्वेश्चन ये सी कि अगर नहीं ਵਧੇਗੀ तो ਉਹਦੇ ਕੀ ਕਾਰਨ ਹੋ ਸਕਦੇ ਨੇ, ਤੇ ਜੇ ਵਧੇਗੀ ਤਾਂ ਕੀ ਕਾਰਨ ਹੋ ਸਕਦਾ? अगर नहीं ਵਧੇਗੀ तो ਉਹਦਾ ਕਾਰਨ ਕੀ ਹੋ ਸਕਦਾ ਹੈ? ਹਾਈ ਇੰਟਰਸਟ ਰੇਟ, ਅਫੋਰਡੇਬਿਲਟੀ, ਸਟ੍ਰੈਸ ਫੈਕਟਰ, ਇਹ ਸਾਰੀ ਗੱਲਾਂ ਨੇ ਜੀ। ਇਨਫਲੇਸ਼ਨ, ਇਹ ਸਾਰੀ ਗੱਲਾਂ ਬਹੁਤ ਡਿਟੇਲ ਡਿਸਕਸ ਕੀਤੀਆਂ ਨੇ। ਔਰ ਵਧੇਗੀ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਅਗਰ ਇੰਟਰਸਟ ਰੇਟ ਮਿਡਲ ਤੱਕ ਅਗਰ ਆ ਕੇ थोड़ा घटना शुरू हो जाता है, उतो इमीग्रेशन के उत्ते प्रॉमिस किया 1.5 मिलियन लोग अगले 3 साल जाएंगे, 5 लाख लोग जो आ रहे हैं। डिमांड एंड सप्लाई
ਔਰ ਤੀਜੀ ਗੱਲ ਸਟ੍ਰੈਸ ਨੂੰ ਅਗਰ ਹੈ ਥੋੜਾ ਜਿਹਾ ਈਜ਼ੀ, ਸਾਨੂੰ ਉਮੀਦ ਨਜ਼ਰ ਆ ਰਹੀ ਹੈ ਸਟ੍ਰੈਸ ਫੈਕਟਰ ਉਹਨੂੰ ਥੋੜਾ ਜਿਹਾ ਹੈ ਈਜ਼ੀ ਕਰਨ ਦੀ ਵਾਸਤੇ ਗੱਲ ਚੱਲ ਰਹੀ ਹੈ ਬੜੀ ਜ਼ਬਰਦਸਤ। ਅਗਰ ਇਹ ਚੀਜ਼ਾਂ ਆ ਗਈਆਂ ਤੇ ਜਿਹੜਾ ਹੈਗਾ ਕੀਮਤ ਜਿਹੜੀ ਹੈਗੀ ਉਹ ਫਿਰ ਵੀ ਡਿਮਾਂਡ ਵੱਧ ਸਕਦੀ ਹੈ, ਪਰ ਕੀਮਤ ਆਈ ਡੋਂਟ ਐਕਸਪੈਕਟ ਕਿ ਮਿਡਲ ਆਫ 23 ਤੱਕ ਵਧੇਗੀ ਜੀ। ਥੈਂਕ ਯੂ ਸਰ। ਠੀਕ ਹੈ ਜੀ। ਔਰ ਜੀ ਗੁਰਦੇਵ ਜੀ ਤੁਸੀਂ ਆਉਂਦੇ ਰਹੋ। ਗੁਰਦੇਵ ਜੀ ਗੋ ਹੈਡ। ਹਾਂਜੀ ਜਦਵੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਉਹ ਭੈਣ ਜੀ ਦਾ ਜਿਹੜਾ ਫੋਨ ਆਇਆ ਸੀਗਾ ਉਹ ਡਾਕਟਰ ਕੋਲ ਮੈਂ ਹੀ ਗਿਆ, ਪਰ ਮੈਂ ਨਾਂ ਨਹੀਂ ਲਊਂਗਾ ਉਹਦਾ। ਉਹਨੇ ਮੈਨੂੰ ਵੀ $340 ਚਾਰਜ ਕੀਤੇ ਜੀ, ਹੋਮਿਓਪੈਥਿਕ ਹੈ ਪਰ $340 ਚਾਰਜ ਕੀਤੇ ਮੈਨੂੰ ਉਹਨੇ। ਠੀਕ ਹੈ ਜੀ, ਚਲੋ ਉਹ ਤੁਸੀਂ ਜਿਹੜੇ ਵੀ ਮੀਡੀਆ ਅਦਾਰੇ ਤੇ ਸੁਣੀ ਹੈ ਐਡ, ਉਹ ਮੀਡੀਆ ਅਦਾਰੇ ਦੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਵੀ ਰਿਕੁਐਸਟ ਕਰੋ ਕਿ ਸਰ ਐਡ ਨੂੰ ਤੁਸੀਂ ਦੇਖੋ, ਇਹਦਾ ਕੁਝ ਕਰੋ ਕਿ ਇਹ ਐਡ ਦੇ ਨਾਲ ਮਿਸਲੀਡਿੰਗ ਐਡ ਹੈ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਹੋ ਰਿਹਾ। ਤੇ ਉਹ ਜਿਹੜੇ ਡਾਕਟਰ ਸਾਹਿਬ ਵੀ ਤੁਸੀਂ ਕਹਿ ਰਹੇ ਹੋ ਤਾਂ ਉਹਨਾਂ ਨੂੰ ਵੀ ਤੁਸੀਂ ਰਿਕੁਐਸਟ ਕਰੋ ਕਿ ਇਹ ਸਾਰਾ ਚੀਜ਼ ਸਹੀ ਨਹੀਂ ਹੈ, ਸਾਰੀ ਚੀਜ਼ ਗਲਤ ਹੈ। ਸਾਡੀ ਤਾਂ ਬੜੀ ਸਟ੍ਰਿਕਟ ਪਾਲਿਸੀ ਹੈ, ਪਹਿਲਾਂ ਤਾਂ ਅਸੀਂ ਵੈਸੇ ਹੀ ਵੈਟਿੰਗ ਕਰਦੇ ਹਾਂ, ਜੇ ਸਾਨੂੰ 2 ਕਾਲਸ ਵੀ ਆ ਜਾਣ ਕਿਸੇ ਦੀਆਂ ਤੇ ਅਸੀਂ ਉਹਨਾਂ ਦੇ ਇਨਵੈਸਟੀਗੇਸ਼ਨ ਕਰਦੇ ਹਾਂ, ਔਰ ਜੇ ਸਾਨੂੰ ਨਹੀਂ ਸੈਟਿਸਫੈਕਟਰੀ ਹੈ ਤਾਂ ਅਸੀਂ ਫਿਰ ਐਡ ਫੌਰਨ ਬੰਦ ਕਰ ਦਿੰਦੇ ਹਾਂ। ਕਿਉਂਕਿ ਦੇਖੋ ਇੱਕ ਚੀਜ਼ ਬਹੁਤ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਹੋ, ਵੀ ਆਲ ਆਪਣਾ ਦਾਲ ਫੁਲਕਾ ਸਾਰਿਆਂ ਦਾ ਆਪਣੇ ਕੰਮ ਤੋਂ ਹੀ ਚੱਲਦਾ ਹੈ, ਬਟ ਇਹ ਸਾਰਾ ਕਮਿਊਨਿਟੀ ਦੇ ਸਿਰ ਤੇ ਚੱਲਦਾ ਹੈ। ਸੋ ਜਿੱਥੇ ਵੀ ਤੁਸੀਂ ਉਹਨਾਂ ਦੀ ਭਾਜੀ ਉਹਨਾਂ ਦੀ ਨਾ $240 ਫੀਸ ਹੈ ਉਹਨਾਂ ਦੀ ਚੈੱਕ ਕਰਨ ਦੀ। ਅੱਛਾ। ਤੇ ਬਾਕੀ ਜਿਹੜੀ ਉਹਨਾਂ ਦੇ ਦਵਾਈ ਦਿੰਦੇ ਆ ਜਿਹੜੀ ਸ਼ੀਸ਼ੀ ਬਾਹਰੋਂ ਆਪਾਂ ਨੂੰ ਆਮ $20 ਦੀ ਮਿਲ ਜਾਂਦੀ ਆ, ਜਾਂ ਆਪਾਂ ਹੋਲਸੇਲ ਤੋਂ ਜਾਂਦੇ ਆ $10 ਦੀ ਮਿਲ ਜਾਂਦੀ ਆ ਆਪਾਂ ਨੂੰ, ਤੇ ਉਹ ਸ਼ੀਸ਼ੀ ਉਹ $40 ਦੀ ਦਿੰਦੇ ਆ। ਹਾਂ ਤੇ ਸਰ ਫਿਰ ਮੈਂ ਤੇ ਇਹੀ 2-3 ਚੀਜ਼ਾਂ ਰਿਕਮੈਂਡ ਕਰਾਂਗਾ। 3 ਚੀਜ਼ਾਂ। ਪਹਿਲੀ ਚੀਜ਼ ਤਾਂ ਰਿਕਮੈਂਡ ਕਰਾਂਗਾ ਕਿ ਤੁਸੀਂ ਉਹ ਮੀਡੀਆ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰੋ, ਬੜੀ ਰਿਸਪੈਕਟਫੁੱਲੀ ਗੱਲ ਕਰਨੀ ਹੈ ਸਾਰਿਆਂ ਦੇ ਨਾਲ ਹੀ ਕਿ ਅਸੀਂ ਕਿ ਆਹ ਚੀਜ਼ ਹੋਈ ਹੈ ਜੀ, ਇਹਨੂੰ ਤੁਸੀਂ ਜ਼ਰੂਰ ਇਹਨੂੰ ਚੇਂਜ ਕਰੋ ਮੀਡੀਆ ਦੇ ਓਨਰ ਨੂੰ। ਦੂਸਰਾ ਉਹ ਜਿਹੜੇ ਹੈਲਥ ਕੇਅਰ ਦੇ ਪ੍ਰੋਫੈਸ਼ਨਲ ਨੇ, ਜਿਹੜੇ ਵੀ ਡਾਕਟਰ ਨੇ, ਉਹਨਾਂ ਨੇ ਜੋ ਵੀ ਤੁਹਾਨੂੰ ਚਾਰਜ ਕੀਤਾ ਉਹਨਾਂ ਨੂੰ ਵੀ ਤੇ ਉਹ ਕੰਪਲੇਂਟ ਕਰੋ ਕਿ ਨਹੀਂ ਇਹ ਚੀਜ਼ ਠੀਕ ਨਹੀਂ ਹੈ। ਔਰ ਤੀਸਰਾ ਚੀਜ਼ ਇਹ ਹੈਗੀ ਹੈ ਕਿ ਯੈਸ ਮੈਂ ਤੇ ਇੱਕ ਚੀਜ਼ ਹੋਰ ਕਹਾਂਗਾ ਕਿ ਆਪਣੇ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹਾਂਗਾ ਕਿ ਆਪਣੇ ਜਦੋਂ ਅਸੀਂ ਮੀਡੀਆ ਵੀ ਕੰਜ਼ਿਊਮ ਕਰਦੇ ਹਾਂ ਨਾ ਜਾਂ ਕੁਝ ਵੀ ਕੰਜ਼ਿਊਮ ਕਰਦੇ ਹਾਂ, ਦੇਖੋ ਬਹੁਤ ਸਾਰੀਆਂ ਚੀਜ਼ਾਂ ਸਾਡੇ ਲਈ ਤਾਂ ਰੋਜ਼ ਇਹ ਚੀਜ਼ ਹੁੰਦੀ ਆ। ਅਸੀਂ ਜਿਹੜੀ ਵੀ ਚੀਜ਼ ਖਬਰ ਪੜ੍ਹਨੀ ਹੈ, ਸਾਡਾ ਸੋਰਸ ਕਿੱਥੋਂ ਹੈ, ਕੀ ਅਸੀਂ WhatsApp ਤੋਂ ਪੜ੍ਹ ਰਹੇ ਹਾਂ, ਕੀ ਅਸੀਂ Facebook ਤੋਂ ਪੜ੍ਹ ਰਹੇ ਹਾਂ। ਮੈਂ ਆਪਣਾ ਬਿਲਕੁਲ 1 ਮਿੰਟ ਵੀ ਮੇਰੇ ਲਈ ਬਹੁਤ ਕੀਮਤੀ ਹੈ, ਮੈਂ ਬਰਬਾਦ ਨਹੀਂ ਕਰਦਾ ਉਸ ਜਗ੍ਹਾ ਤੋਂ ਕੋਈ ਖਬਰ ਪੜ੍ਹਨ ਲਈ ਜਾਂ ਉਹ ਕਿਤੇ ਵੀ ਉਹ ਖਬਰ ਦੇਖਣ ਲਈ ਜਿੱਥੇ ਮੈਨੂੰ ਪਤਾ ਹੈ ਕਿ ਸੋਰਸ ਠੀਕ ਨਹੀਂ ਹੈ। ਸੋ ਤੁਸੀਂ ਵੀ ਜਿਹੜਾ ਮੀਡੀਆ ਸੁਣਦੇ ਹੋ, ਮੈਂ ਬਾਇਸ ਨਹੀਂ ਹੋਣਾ ਚਾਹੁੰਦਾ, ਬਹੁਤ ਵਧੀਆ ਲੋਕ ਮੀਡੀਆ 'ਚ ਕੰਮ ਕਰ ਰਹੇ ਨੇ, ਬਹੁਤ ਵਧੀਆ ਲੋਕ ਮੀਡੀਆ 'ਚ ਕੰਮ ਕਰ ਰਹੇ ਨੇ। ਪਰ ਜਿੱਥੇ ਵੀ ਤੁਸੀਂ ਕੋਈ ਕੰਮ ਕਰ ਰਹੇ ਹੋ ਮੀਡੀਆ ਦਾ, ਇਹ ਬੜਾ ਜ਼ਰੂਰੀ ਹੈ ਕਿ ਮੀਡੀਆ ਉਹ ਸੁਣੋ ਜਿਹੜਾ ਤੁਹਾਨੂੰ ਪਤਾ ਹੈ ਕਿ ਠੀਕ ਤੁਹਾਨੂੰ ਇਨਫੋਰਮੇਸ਼ਨ ਦੇਗਾ, ਵਰਨਾ ਸਾਡਾ 1 ਮਿੰਟ ਵੀ ਸਮੇਂ ਵੀ ਬਰਬਾਦ ਹੋ ਜਾਂਦਾ ਔਰ ਕਈ ਵਾਰ ਅਸੀਂ ਮਿਸਗਾਈਡ ਹੋ ਜਾਂਦੇ ਹਾਂ, ਮਿਸਲੀਡ ਵੀ ਅਸੀਂ ਹੋ ਜਾਂਦੇ ਹਾਂ। ਇਹ ਬਹੁਤ ਇੰਪੋਰਟੈਂਟ ਆ ਸਾਡੇ ਵਾਸਤੇ। ਬਟ ਰਿਸਪੈਕਟਫੁਲੀ ਗੱਲ ਬਹੁਤ ਰਿਸਪੈਕਟਫੁਲੀ ਕਰਨੀ ਹੈ। ਉਹਨਾਂ ਦੇ ਨਾਲ ਮੀਡੀਆ ਅਦਾਰੇ ਦੇ ਓਨਰ ਨੂੰ ਵੀ ਰਿਕੁਐਸਟ ਕਰੋ ਕਿ ਇਹਨੂੰ ਪਲੀਜ਼ ਟੇਕ ਦਿਸ ਐਡ ਆਫ ਦੀ ਏਅਰ, ਇਹ ਚੀਜ਼ ਠੀਕ ਨਹੀਂ ਹੈ, ਕਮਿਊਨਿਟੀ ਦੇ ਲਈ ਇਹ ਨੁਕਸਾਨ ਹੈ। ਔਰ ਉਹਨਾਂ ਨੂੰ ਵੀ ਬੜੀ ਰਿਸਪੈਕਟਫੁਲੀ ਫੀਡਬੈਕ ਦਿਓ ਕਿ ਸਰ ਤੁਹਾਡਾ ਜਿਹੜੀ ਤੁਸੀਂ ਦਵਾਈ ਦਿੰਦੇ ਹੋ ਪੈਸਾ ਤਾਂ ਹੈ ਹੀ ਹੈ $340 ਜੋ ਵੀ, ਚਲੋ ਬੰਦੇ ਨੂੰ ਆਰਾਮ ਆ ਜਾਏ ਤੇ 500 ਵੀ ਨਹੀਂ ਚੁੱਭਦਾ, ਤੇ ਪਰ ਜੇ ਬੰਦਾ ਆਰਾਮ ਨਹੀਂ ਆ ਰਿਹਾ, ਦਵਾਈ ਦੇ ਕੋਈ ਫਾਇਦਾ ਨਹੀਂ ਹੋ ਰਿਹਾ, ਤਾਂ ਫਿਰ ਬੰਦੇ ਨੂੰ ਆਰਾਮ ਨਹੀਂ ਆ ਰਿਹਾ ਜੀ। ਸਭ ਐਡ ਹੀ ਦੇ ਰਿਹਾ ਆਪਣੀ, ਉਹ ਐਡ ਵੀ ਉਹਦੇ ਦੀ ਇੱਕ ਨਹੀਂ ਮੈਂ 3-4 ਰੇਡੀਓ ਪ੍ਰੋਗਰਾਮ ਤੇ ਐਡ ਆਉਂਦੀ ਹੈ ਜੀ। ਫਿਰ ਉਹ ਅੱਛਾ 3-4 ਰੇਡੀਓ, ਫਿਰ 3-4 ਰੇਡੀਓ ਵਾਲੇ ਨੂੰ ਕਾਲ ਕਰ, ਹਾਂ ਫਿਰ 3-4 ਰੇਡੀਓ ਵਾਲੇ ਨੂੰ ਕਾਲ ਕਰਕੇ ਕਹੋ ਅੱਛਾ 3-4 ਤੇ ਹੁੰਦੀ ਹੈ। ਅੱਛਾ ਫਿਰ ਤੇ ਕੰਮ ਵਧਿਆ ਪਿਆ ਕਾਫੀ ਜ਼ਿਆਦਾ, ਕਾਫੀ ਕੰਮ ਵਧੀਆ ਜੀ ਉਹਦਾ। ਔਰ 770 ਵੀ ਉੱਤੋਂ ਦੀ ਐਡ ਆਉਂਦੀ ਹੈ, ਉਹਦੇ ਉੱਤੇ ਆਉਂਦੀ ਹੈ। ਮੈਂ ਨਾਂ ਨਹੀਂ ਲਾਉਂਦਾ ਕਿ ਪ੍ਰੋਗਰਾਮ ਦਾ ਵੀ। ਹਾਂ ਨਹੀਂ ਤਾਂ ਫਿਰ ਤੇ ਕੰਮ ਕਾਫੀ ਵਧਿਆ ਉਹਨਾਂ ਦਾ। ਤੇ ਚਲੋ ਪ੍ਰਮਾਤਮਾ ਸਭ ਨੂੰ ਬਹੁਤਾ ਦੇ, ਬਟ ਲੇਕਿਨ ਸਹੀ ਤਰੀਕੇ ਨਾਲ ਕੰਮ ਚਲਾ ਕੇ ਠੀਕ ਰਹਿੰਦਾ ਮਾਮਲਾ। ਤੇ ਉਹਨਾਂ ਨੂੰ ਫਿਰ ਤੁਸੀਂ ਜ਼ਰੂਰ ਜੀ ਰਿਕੁਐਸਟ ਕਰੋ ਕਿ ਇਹ ਸਾਰੀ ਦਿੱਕਤ ਸਾਨੂੰ ਆ ਰਹੀ ਹੈ ਤੇ ਔਰ ਸਪੈਸ਼ਲੀ ਹੈਲਥ ਕੇਅਰ ਦਾ, ਜਿਸ ਤਰ੍ਹਾਂ ਭੈਣ ਜੀ ਪਹਿਲਾਂ ਵੀ ਕਹਿ ਕੇ ਗਏ ਨੇ, ਹੈਲਥ ਕੇਅਰ ਦਾ ਤੇ ਵੈਸੇ ਹੀ ਬਹੁਤ ਜ਼ਿਆਦਾ ਸਾਨੂੰ ਕੇਅਰਫੁਲ ਔਰ ਕੌਸ਼ੀਅਸ ਰਹਿਣਾ ਚਾਹੀਦਾ। ਕੋਈ ਵੀ ਐਸੀ ਸਰ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣਾ ਦੱਸ ਦਿੰਦਾ, ਬਹੁਤ ਸਾਰੀਆਂ ਚੀਜ਼ਾਂ ਅਸੀਂ ਪੜ੍ਹਦੇ ਰਹਿੰਦੇ ਹਾਂ। ਮੈਂ ਏਅਰ ਤੇ ਬਹੁਤ ਘੱਟ ਚੀਜ਼ਾਂ ਸ਼ੇਅਰ ਕਰਦਾ ਜਿਹੜੀ ਮੈਨੂੰ ਪਤਾ ਹੋਵੇ, ਵਰਨਾ ਹੈਲਥ ਕੇਅਰ ਦੇ ਮਾਮਲੇ 'ਚ ਕੱਲ ਤੁਸੀਂ ਕੋਈ ਗਲਤ ਇੱਕ ਚੀਜ਼ ਚੰਗੀ ਹੈ ਨਾ ਜਿਹੜੀ ਉਹ ਤੁਸੀਂ ਉਹ ਵੀ ਜ਼ਿਆਦਾ ਖਾ ਲਓ ਜਾਂ ਉਹ ਘੱਟ ਹੋ ਜਾਏ ਤਾਂ ਉਹ ਵੀ ਕਿਸੇ ਨੂੰ ਟਰਬਲ ਦੇ ਦਿੰਦੀ ਹੈ। ਇਸ ਲਈ ਹੈਲਥ ਕੇਅਰ ਦਾ ਤੇ ਬਹੁਤ ਸੋਚ ਸਮਝ ਕੇ ਦੱਸਣਾ ਚਾਹੀਦਾ ਕਿਸੇ ਨੂੰ ਵੀ। ਥੈਂਕ ਯੂ ਗੁਰਦੇਵ ਜੀ, ਥੈਂਕ ਯੂ। ਜਦੋਂ ਜੀ ਮੈਂ ਇੱਕ ਮੇਰਾ ਕੁਐਸਚਨ ਹੈ, ਮੈਂ ਤੁਹਾਨੂੰ ਜਦੋਂ ਤੁਹਾਡਾ ਪ੍ਰੋਗਰਾਮ ਫਿਨਿਸ਼ ਹੋਦਾ ਮੈਂ ਤੁਹਾਡਾ ਗੱਲ ਕਰ ਸਕਦਾ ਪਰਸਨਲ? ਹਾਂਜੀ ਬਿਲਕੁਲ ਕਰ ਲੈਣਾ ਸਰ, ਬਿਲਕੁਲ ਕਰ ਲੈਣਾ। ਕਿਹੜਾ ਟਾਈਮ ਹੋਏਗਾ ਜੀ ਮੈਂ ਤੁਹਾਨੂੰ ਕਾਲ ਕਰਾਂ? ਹਾਂ ਮੈਨੂੰ ਤੁਸੀਂ 2 ਤੋਂ 4 ਦੇ ਵਿੱਚ ਕਰ ਲੈਣਾ ਸਰ ਅੱਜ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ।
ਜੀ ਸਮੇਂ ਹੋਰ ਜ਼ਿਆਦਾ ਨਹੀਂ ਦਿੰਦਾ ਜੀ, ਬਾਕੀ ਕਾਲ ਹੁਣ ਅਸੀਂ ਅਗਲੇ ਵੈਂਸਡੇ ਜੇ ਮਾਈਂਡ ਨੇ ਕਰਨਾ ਹੋਰ ਕਾਲਸ ਮੈਂ ਆਨ ਦੀ ਨਹੀਂ ਕਰਾਂਗਾ, ਬਾਕੀ ਕਾਲਸ ਅਗਲੇ ਵੈਂਸਡੇ। ਬਹੁਤ ਧੰਨਵਾਦ ਪੀਕੇ ਜੀ ਐਂਡ ਪੰਕਜ ਜੀ। ਜਾਣ ਤੋਂ ਪਹਿਲਾਂ ਪੀਕੇ ਜੀ ਕੁਝ ਹੋਰ ਐਡ ਕਰਨਾ ਚਾਹੋ ਕਰ ਦਿਓ, ਔਰ ਫੋਨ ਨੰਬਰ ਦੁਬਾਰਾ। Baji, thank you very much. For any real estate need, just you can contact me 647-299-4757. I repeat 647-299-4757, or you can visit teamsabarwal.com. Thank you very much, Yudhvir ji. थैंक यू सर, थैंक यू, बहुत शुक्रिया पंकज जी। जी बिल्कुल, यूपी जी।